ਆਈਏ ਸਭ ਆਪਣੀ ਅੱਖਾਂ ਨੂੰ ਬੰਦ ਕਰੀਏ, ਪ੍ਰਾਰਥਨਾ ਦੇ ਵਿੱਚ ਚੱਲਦੇ ਹਾਂ। ਅੱਜ ਦੇ ਵਚਨ ਨੂੰ ਸਾਂਝਾ ਕਰਨ ਤੋਂ ਪਹਿਲਾਂ, ਵਚਨ ਨੂੰ ਸੁਣਨ ਤੋਂ ਪਹਿਲਾਂ, ਖੁਦਾਬੰਦੀ ਹਜ਼ੂਰੀ ਦੇ ਵਿੱਚ ਆਉਣ ਤੋਂ ਪਹਿਲਾਂ ਅਸੀਂ ਆਪਣੇ ਆਪ ਨੂੰ ਝੁਕਾਈਏ, ਆਪਣੇ ਸਿਰਾਂ ਨੂੰ ਝੁਕਾਈਏ, ਆਪਣੀਆਂ ਅੱਖਾਂ ਨੂੰ ਬੰਦ ਕਰੀਏ, ਖੁਦਾਬੰਦੀ ਹੱਥਾਂ ਦੇ ਵਿੱਚ ਅਸੀਂ ਆਪਣੇ ਆਪ ਨੂੰ ਦਈਏ, ਪਵਿੱਤਰ ਆਤਮਾ ਦੀ ਅਗਵਾਈ ਦੇ ਵਿੱਚ ਦਈਏ, ਤਾਂ ਜੋ ਇਹ ਸਮਾਂ ਜੋ ਖੁਦਾਬੰਦ ਨੇ ਸਾਡੀ ਜ਼ਿੰਦਗੀ 'ਚ ਬਖਸ਼ਿਆ ਇਹ ਮੁਬਾਰਕ ਹੋ ਜਾਏ, ਬਰਕਤ ਵਾਲਾ ਹੋ ਜਾਵੇ। ਆਈਏ ਆਪਣੀਆਂ ਅੱਖਾਂ ਨੂੰ ਬੰਦ ਕਰੀਏ, ਪ੍ਰਾਰਥਨਾ ਦੀ ਹਾਲਤ ਦੇ ਵਿੱਚ ਚੱਲਦੇ ਹਾਂ। ਸੱਚਾ ਜ਼ਿੰਦਾ ਮਿਹਰਬਾਨ ਖੁਦਾਵੰਦ ਪਿਤਾ ਪਰਮੇਸ਼ਵਰ, ਪ੍ਰਭੂ ਯਿਸੂ ਮਸੀਹ ਦੇ ਜ਼ਿੰਦਾ ਨਾਮ 'ਚ ਤੁਹਾਡਾ ਸ਼ੁਕਰ ਕਰਦੇ ਹਾਂ ਬੜੇ ਹੀ ਆਦਰਯੋਗ ਸਮੇਂ ਦੇ ਲਈ ਜੋ ਸਾਡੀ ਜ਼ਿੰਦਗੀ 'ਚ ਬਖਸ਼ਿਆ। ਧੰਨਵਾਦ ਕਰਦੇ ਹਾਂ ਮੇਰੇ ਪ੍ਰਭੂ ਜੀ, ਵੱਡੀ ਕਿਰਪਾ ਦੀ ਮੰਗ ਕਰਦੇ ਹਾਂ, ਵੱਡੇ ਅਨੁਗ੍ਰਹਿ ਦੀ ਮੰਗ ਕਰਦੇ ਹਾਂ ਮੇਰੇ ਪਿਆਰੇ ਪ੍ਰਭੂ ਜੀ। ਤੁਸੀਂ ਜੋ ਵੱਡੇ ਵੱਡੇ ਕੰਮ ਕਰਨ ਵਾਲੇ ਖੁਦਾਵੰਦ, ਅਨੋਖੇ ਕੰਮ ਕਰਨ ਵਾਲੇ ਖੁਦਾਵੰਦ ਆ ਮੇਰੇ ਪ੍ਰਭੂ, ਅੱਜ ਸਾਡੀ ਜ਼ਿੰਦਗੀ ਦੇ ਵਿੱਚ ਕੰਮ ਕਰੋ ਮੇਰੇ ਪ੍ਰਭੂ ਜੀ। ਅਸੀਂ ਆਪਣੇ ਦਿਲਾਂ ਨੂੰ ਖੋਲਦੇ ਹਾਂ ਪ੍ਰਭੂ, ਅਸੀਂ ਆਪਣੀ ਜ਼ਿੰਦਗੀਆਂ ਨੂੰ ਖੋਲਦੇ ਹਾਂ, ਤੁਹਾਡੇ ਸਾਹਮਣੇ ਲੈ ਕੇ ਆਉਂਦੇ ਹਾਂ ਮੇਰੇ ਪ੍ਰਭੂ ਜੀ। ਔਰ ਪ੍ਰਾਰਥਨਾ ਕਰਦੇ ਇੰਟਰਨੈਟ ਦੇ ਵਸੀਲੇ ਦੇ ਨਾਲ ਆਨਲਾਈਨ ਮੀਟਿੰਗਸ ਨੂੰ ਜਿੰਨੇ ਲੋਕ ਅਟੈਂਡ ਕਰ ਰਹੇ ਨੇ, ਖੁਦਾਵੰਦ ਸੁਣ ਰਹੇ ਨੇ, ਸਮਝਣ ਦੀ ਕੋਸ਼ਿਸ਼ ਕਰ ਰਹੇ ਨੇ, ਅੱਗੇ ਵਧਣ ਦੀ ਕੋਸ਼ਿਸ਼ ਕਰ ਰਹੇ ਨੇ, ਤੁਹਾਨੂੰ ਸੱਚੇ ਮਨੋਂ ਜਾਣਨ ਦੀ ਕੋਸ਼ਿਸ਼ ਕਰ ਰਹੇ ਨੇ ਪ੍ਰਭੂ, ਉਹਨਾਂ ਦੀ ਮਦਦ ਕਰੋ ਖੁਦਾਵੰਦ ਜੀ। ਤੁਹਾਡਾ ਦਾਸ ਹੋਣ ਦੇ ਨਾਤੇ ਤੁਹਾਡੇ ਅੱਗੇ ਬੇਨਤੀ ਕਰਦਾ ਹਾਂ ਮੇਰੇ ਪਿਆਰੇ ਪ੍ਰਭੂ ਜੀ, ਕਿ ਹੁਣ ਤੁਸੀਂ ਆਪਣੇ ਪਵਿੱਤਰ ਆਤਮਾ ਨੂੰ ਸਾਡੀ ਜ਼ਿੰਦਗੀਆਂ ਦੇ ਵਿੱਚ ਘੱਲ ਦਿਓ ਮੇਰੇ ਪ੍ਰਭੂ, ਤਾਂ ਜੋ ਤੁਹਾਡਾ ਪਵਿੱਤਰ ਆਤਮਾ ਤੁਹਾਡੇ ਬੰਦੇ ਦੀ ਬੋਲਣ ਦੇ ਵਿੱਚ, ਤੁਹਾਡੇ ਲੋਕਾਂ ਦੀ ਸੁਣਨ ਸਮਝਣ ਦੇ ਵਿੱਚ ਮਦਦ ਕਰੇ, ਔਰ ਸਾਡੇ ਸਾਰਿਆਂ ਦੀ ਅਮਲ ਕਰਨ ਦੇ ਵਿੱਚ ਮਦਦ ਕਰੇ ਪ੍ਰਭੂ, ਕਿਉਂਕਿ ਬਾਈਬਲ ਤੇ ਇਦਾਂ ਹੀ ਸਾਬਿਤ ਕਰਦਾ ਆ ਕਿ ਪਵਿੱਤਰ ਆਤਮਾ ਸਾਡਾ ਮਦਦਗਾਰ ਆ ਮੇਰੇ ਖੁਦਾਵੰਦੋ, ਸਾਡੀ ਮਦਦ ਕਰੇ ਮੇਰੇ ਪਰਮੇਸ਼ਵਰ ਪਿਤਾ ਜੀ। ਸੁਣਨ ਵਾਲੀਆਂ ਜ਼ਿੰਦਗੀਆਂ ਨਿਹਾਲ ਹੋਣ ਮੇਰੇ ਪ੍ਰਭੂ, ਤੁਹਾਡਾ ਪਵਿੱਤਰ ਆਤਮਾ ਵਚਨ ਦਾ ਤਰਜਮਾ ਕਰਨ ਦੇ ਵਿੱਚ ਸਹਾਇਤਾ ਕਰੇ ਮੇਰੇ ਪ੍ਰਭੂ, ਤੁਹਾਡਾ ਨਾਮ ਮੁਬਾਰਕ ਹੋਵੇ ਮੇਰੇ ਪ੍ਰਭੂ। ਸਾਰੀਆਂ ਗੱਲਾਂ ਦੇ ਵਿੱਚ ਤੁਹਾਡੇ ਨਾਮ ਨੂੰ ਆਦਰ ਦਿੰਦੇ ਹੋਏ ਪ੍ਰਾਰਥਨਾ ਨੂੰ ਯਿਸੂ ਮਸੀਹ ਦੇ ਨਾਮ ਵਿੱਚ ਮੰਗਦੇ ਹਾਂ, ਆਮੀਨ। ਗॉड ਬਲੈਸ। ਖੁਦਾਵੰਦ ਤੁਹਾਨੂੰ ਸਾਰਿਆਂ ਨੂੰ ਬਹੁਤਾਇਤ ਦੇ ਨਾਲ ਆਸ਼ੀਸ਼ ਔਰ ਬਰਕਤ ਦੇਵੇ। ਅੱਜ ਦੇ ਸਮੇਂ ਦੇ ਲਈ ਬਾਹਰ ਸਮਾਂ ਬਹੁਤ ਭਿਆਨਕ ਚੱਲ ਰਿਹਾ ਹੈ, ਔਰ ਅਸੀਂ ਆਪਣੇ ਆਪ ਨੂੰ ਖੁਦਾਵੰਦ ਦੇ ਰਾਜ ਦੇ ਲਈ ਤਿਆਰ ਕਰੀਏ, ਖੁਦਾਵੰਦ ਦੀ ਆਮਦ ਦੇ ਲਈ ਤਿਆਰ ਕਰੀਏ, ਖੁਦਾਵੰਦ ਦੇ ਨਾਲ ਮੁਲਾਕਾਤ ਕਰਨ ਦੇ ਲਈ ਆਪਣੇ ਆਪ ਨੂੰ ਤਿਆਰ ਕਰੀਏ। ਔਰ ਪਰਮੇਸ਼ਵਰ ਦਾ ਧੰਨਵਾਦ ਆ, ਵਿਸ਼ਵਾਸ ਇਹੋ ਹੀ ਕਰਦੇ ਆ ਕਿ ਤੁਸੀਂ ਵਰਸ਼ਿਪ ਦੇ ਦੌਰਾਨ ਰੂਹਦਾਰੀ ਦੇ ਆਨੰਦ ਨੂੰ ਪ੍ਰਾਪਤ ਕੀਤਾ ਆ, ਰੂਹਾਨੀ ਬੰਦਗੀ ਨੂੰ ਤੁਸੀਂ ਜਾਣਿਆ ਆ। ਖੁਦਾਵੰਦ ਨੂੰ ਆਸ਼ੀਸ਼ ਔਰ ਬਰਕਤ ਦੇਵੇ। ਹੁਣ ਜੋ ਸਮਾਂ ਬੜਾ ਹੀ ਆਦਰਯੋਗ ਆ ਖੁਦਾਵੰਦ ਦੇ ਅਤ ਪਵਿੱਤਰ ਵਚਨ ਦਾ, ਖੁਦਾਵੰਦ ਨੂੰ ਜਾਣਨ ਦਾ, ਖੁਦਾਵੰਦ ਦੀਆਂ ਗੱਲਾਂ ਨੂੰ ਸਮਝਣ ਦਾ, ਔਰ ਆਪਣੀ ਜ਼ਿੰਦਗੀ ਨੂੰ ਬਹਾਲ ਕਰਨ ਦਾ। ਹੁਣ ਮੈਂ ਚਾਹੁੰਦਾ ਆ ਕਿ ਕੋਈ ਵੀ ਪੁਰਾਣੀ ਜੋ ਲਾਈਵ ਮੀਟਿੰਗ ਨੂੰ ਸੁਣਦੇ ਨੇ, ਕੋਈ ਵੀ ਹੁਣ ਆਪਣੇ ਮੋਬਾਈਲ ਨੂੰ ਯੂਜ਼ ਨਾ ਕਰੇ, ਕੋਈ ਹਿਲਜੁਲ ਨਾ ਕਰੇ, ਬੜੇ ਹੀ ਧਿਆਨ ਦੇ ਨਾਲ, ਬੜੇ ਹੀ ਆਦਰ ਦੇ ਨਾਲ ਅੱਜ ਖੁਦਾਵੰਦ ਦੇ ਕਲਾਮ ਨੂੰ ਸੁਣਨ ਦੀ ਔਰ ਸਮਝਣ ਦੀ ਕੋਸ਼ਿਸ਼ ਕਰੀਏ। ਖੁਦਾਵੰਦ ਦਾ ਪਵਿੱਤਰ ਆਤਮਾ ਮਦਦ ਕਰੇਗਾ ਅਮਲ ਕਰਨ ਦੇ ਵਿੱਚ। ਬੋਲੋ ਆਮੀਨ, ਹਾਲੇਲੂਇਆ। ਖੁਦਾਵੰਦ ਤੁਹਾਨੂੰ ਆਸ਼ੀਸ਼ ਔਰ ਬਰਕਤ ਦੇਵੇ। ਅਗਰ ਮੈਂ ਪੁੱਛਣਾ ਚਾਹਾਂ ਕਿ ਕੌਣ ਬਰਕਤ ਪਾਉਣਾ ਚਾਹੁੰਦਾ, ਕੌਣ ਫਲਵੰਤ ਹੋਣਾ ਚਾਹੁੰਦਾ, ਕੌਣ ਆਸ਼ੀਸ਼ਿਤ ਹੋਣਾ ਚਾਹੁੰਦਾ, ਤੇ ਅਸੀਂ ਸਾਰੇ ਹੀ ਆਪਣੇ ਹੱਥਾਂ ਨੂੰ ਉਤਾਹਾਂ ਉਠਾਵਾਂਗੇ। ਕੌਣ ਪਵਿੱਤਰ ਆਤਮਾ ਪ੍ਰਾਪਤ ਕਰਨਾ ਚਾਹੁੰਦਾ, ਕੌਣ ਅਮੀਰ ਹੋਣਾ ਚਾਹੁੰਦਾ, ਕੌਣ ਆਪਣੇ ਨਾਮ ਨੂੰ ਉੱਚਾ ਕਰਨਾ ਚਾਹੁੰਦਾ, ਕੌਣ ਬਲੈਸ ਹੋਣਾ ਚਾਹੁੰਦਾ। ਤੋ ਮੈਨੂੰ ਲੱਗਦਾ ਵੀ ਸਾਰੇ ਆਪਣਾ ਹੱਥ ਉਤਾਹਾਂ ਨੂੰ ਉਠਾਣਗੇ ਕਿ ਹਾਂਜੀ ਅਸੀਂ ਅਮੀਰ ਹੋਣਾ ਚਾਹੁੰਦੇ ਹਾਂ, ਬਲੈਸ ਹੋਣਾ ਚਾਹੁੰਦੇ ਹਾਂ, ਚਾਰੋਂ ਪਾਸਿਓਂ ਅਸੀਂ ਬਰਕਤਾਂ ਦੇ ਨਾਲ ਘਿਰੇ ਹੋਏ ਹੋਣਾ ਚਾਹੁੰਦੇ ਹਾਂ। ਪਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਆ, ਇਹ ਬਰਕਤਾਂ ਐਵੇਂ ਨਹੀਂ ਮਿਲ ਜਾਂਦੀਆਂ, ਇਹ ਆਸ਼ੀਸ਼ਾਂ ਐਵੇਂ ਨਹੀਂ ਮਿਲ ਜਾਂਦੀਆਂ ਆ। ਉਹਦੇ ਲਈ ਪ੍ਰੀਪੇਅਰ ਹੋਣਾ ਪੈਂਦਾ ਆ। ਖੁਦਾਵੰਦ ਪਹਿਲਾਂ ਪ੍ਰੀਪੇਅਰ ਕਰਦੇ ਆ। ਹੁਣ ਵਚਨ ਦੇ ਵਿੱਚ ਸਾਨੂੰ ਸਾਰਾ ਕੁਝ ਪਹਿਲਾਂ ਦੱਸ ਦਿੱਤਾ ਗਿਆ ਆ, ਜੋ ਬੀਤਿਆ ਸਾਡੇ ਨਾਲ, ਜੋ ਚੱਲ ਰਿਹਾ ਸਾਡੇ ਨਾਲ, ਜੋ ਆਉਣਾ ਸਾਡੀ ਜ਼ਿੰਦਗੀ ਦੇ ਵਿੱਚ, ਉਹ ਸਾਨੂੰ ਪਹਿਲਾਂ ਹੀ ਦੱਸ ਦਿੱਤਾ ਗਿਆ ਆ। ਇਹ ਨਹੀਂ ਦੱਸਿਆ ਮਤਲਬ ਵੀ ਤੁਸੀਂ ਸਮਝੋ ਕਿ ਯਿਸੂ ਮਸੀਹ ਦੀ ਆਮਦ ਹੋਣੀ ਆ, ਨਿਆਂ ਹੋਣਾ ਆ। ਮਤਲਬ ਤੁਹਾਨੂੰ ਇਹ ਵੀ ਗੱਲਾਂ ਪਹਿਲਾਂ ਹੀ ਦੱਸ ਦਿੱਤੀਆਂ ਗਈਆਂ ਕਿ ਅਗਰ ਤੁਸੀਂ ਵਚਨ ਦੇ ਅਨੁਸਾਰ ਨਹੀਂ ਚੱਲੋਗੇ ਤੇ ਤੁਸੀਂ ਸ਼ਰਾਪਿਤ ਹੋਵੋਗੇ। ਅਗਰ ਤੁਸੀਂ ਵਚਨ ਨੂੰ ਫੋਲੋ ਨਹੀਂ ਕਰੋਗੇ, ਵਚਨ ਨੂੰ ਪੂਰਾ ਨਹੀਂ ਕਰੋਗੇ, ਤੇ ਤੁਸੀਂ ਗਰੀਬ ਹੋ ਜਾਓਗੇ। ਅਗਰ ਤੁਸੀਂ ਆਲਸ ਕਰੋਗੇ ਤਾਂ ਤੁਸੀਂ ਰੋਟੀ ਦੇ ਛੱਪੇ ਤੋਂ ਮੁਹਤਾਜ ਹੋ ਜਾਓਗੇ। ਅਗਰ ਤੁਸੀਂ ਗਾਲਾਂ ਕੱਢੋਗੇ ਤਾਂ ਸਵਰਗ ਨਹੀਂ ਪਹੁੰਚ ਸਕਦੇ। ਅਗਰ ਤੁਸੀਂ ਗਾਲਾਂ ਕੱਢੋਗੇ ਤਾਂ ਸਵਰਗ ਦੇ ਜਿਹੜੇ ਦਰਵਾਜ਼ੇ ਆ, ਬਰਕਤਾਂ ਦੇ ਦਰਵਾਜ਼ੇ ਤੁਹਾਡੇ ਲਈ ਖੋਲੇ ਨਹੀਂ ਜਾਣਗੇ। ਸਾਨੂੰ ਪਹਿਲਾਂ ਹੀ ਦੱਸ ਦਿੱਤਾ ਗਿਆ ਆ। ਹੁਣ ਅਗਰ ਅਸੀਂ ਅਮੀਰ ਹੋਣਾ ਚਾਹੁੰਦੇ ਆ, ਮੈਂ ਤੁਹਾਨੂੰ ਦੱਸਦਾ ਆ, ਪਰਮੇਸ਼ਵਰ ਤੁਹਾਨੂੰ ਮੈਨੂੰ ਅਮੀਰ ਕਰਨਾ ਚਾਹੁੰਦੇ ਆ, ਬਲੈਸ ਕਰਨਾ ਚਾਹੁੰਦੇ ਆ, ਫਲਵੰਤ ਕਰਨਾ ਚਾਹੁੰਦੇ, ਸਾਨੂੰ
ਫਲਵੰਤ ਕਰਨਾ, ਉਹ ਬਹੁਤਾਇਤ ਦੇ ਨਾਲ ਫਲਵੰਤ ਕਰਨਾ ਚਾਹੁੰਦੇ ਆ, ਪਰ ਉਸ ਦੌਰਾਨ ਕੀ ਹੁੰਦਾ ਆ, ਸਾਡੀ ਜ਼ਿੰਦਗੀ ਦੇ ਵਿੱਚ ਬਹੁਤ ਉਤਾਰ ਚੜਾਵ ਆਉਂਦੇ ਆ। ਕਿੱਦਾਂ ਆਉਂਦੇ ਆ, ਮੈਂ ਤੁਹਾਨੂੰ ਵਚਨ ਦੇ ਵਿੱਚੋਂ ਦੱਸਦਾ ਆ, ਤੁਸੀਂ ਬਹੁਤ ਅੱਛੇ ਰੀਤੀ ਦੇ ਨਾਲ ਸਮਝਣ ਦੀ ਕੋਸ਼ਿਸ਼ ਕਰਨੀ ਆ। ਜਦੋਂ ਅਸੀਂ ਉਹਨਾਂ ਹਾਲਾਤਾਂ ਦੇ ਵਿੱਚੋਂ ਲੰਘ ਜਾਵਾਂਗੇ ਤੇ ਫਿਰ ਅਸੀਂ ਫਲਵੰਤ ਹੋ ਸਕਦੇ ਆ, ਡੈਫੀਨੇਟਲੀ ਫਲਵੰਤ ਹੋਵਾਂਗੇ। ਕਿ ਜਿਹੜੇ ਹਾਲਾਤਾਂ ਦੇ ਵਿੱਚ ਸਾਨੂੰ ਲੱਗਦਾ ਕਿ ਇਹ ਮੇਰੀ ਜ਼ਿੰਦਗੀ 'ਚ ਨਹੀਂ ਹੋਣਾ ਚਾਹੀਦਾ ਸੀ, ਇਹ ਮੇਰੀ ਜ਼ਿੰਦਗੀ 'ਚ ਨਹੀਂ ਆਉਣਾ ਚਾਹੀਦਾ ਸੀ, ਜਾਂ ਇਹ ਮੇਰੀ ਜ਼ਿੰਦਗੀ ਦਾ ਹਿੱਸਾ ਨਹੀਂ ਹੋਣਾ ਚਾਹੀਦਾ ਸੀਗਾ, ਪਰ ਉਹ ਹੈ। ਪਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਆ, ਇਹ ਜੋ ਸਿਚੁਏਸ਼ਨ, ਜੋ ਮੌਜੂਦਾ ਹਾਲਾਤ ਤੁਹਾਡੀ ਜ਼ਿੰਦਗੀ ਦੇ ਵਿੱਚ ਹੈਗੇ ਨੇ, ਇਹ ਇਸੇ ਲਈ ਆ ਕਿ ਖੁਦਾਵੰਦ ਤੁਹਾਨੂੰ ਫਲਵੰਤ ਕਰੇ। ਬੋਲੋ ਆਮੀਨ, ਹਾਲੇਲੂਇਆ। ਤੁਸੀਂ ਬਹੁਤ ਈਜ਼ੀ ਵੇ ਦੇ ਨਾਲ ਅਮੀਰ ਨਹੀਂ ਹੋ ਸਕਦੇ, ਤੁਸੀਂ ਬਹੁਤ ਈਜ਼ੀ ਵੇ ਦੇ ਨਾਲ ਫਲਵੰਤ ਨਹੀਂ ਹੋ ਸਕਦੇ, ਤੁਸੀਂ ਬਹੁਤ ਸੌਖੇ ਤਰੀਕੇ ਦੇ ਨਾਲ ਪਵਿੱਤਰ ਆਤਮਾ ਨੂੰ ਹਾਸਲ ਨਹੀਂ ਕਰ ਸਕਦੇ। ਬਹੁਤ ਕੁਰਬਾਨੀਆਂ ਦੇਣੇ ਪੈਂਦੀਆਂ ਆ, ਬਹੁਤ ਸੈਕਰੀਫਾਈਸ ਕਰਨਾ ਪੈਂਦਾ ਆ, ਬਹੁਤ ਕੁਝ ਜੋ ਸਾਡੇ ਦਿਲ ਨੂੰ ਚੰਗਾ ਲੱਗਦਾ ਸਾਨੂੰ ਛੱਡਣਾ ਪੈਂਦਾ ਆ, ਬਹੁਤ ਕੁਝ ਜੋ ਸਾਡੇ ਅੱਖਾਂ ਨੂੰ ਚੰਗਾ ਲੱਗਦਾ ਦੇਖਣਾ, ਜੋ ਸਾਡੇ ਕੰਨਾਂ ਨੂੰ ਚੰਗਾ ਲੱਗਦਾ ਸੁਣਨਾ, ਇਹ ਛੱਡਣਾ ਪੈਂਦਾ, ਇਹ ਤਿਆਗਣਾ ਪੈਂਦਾ ਆ। ਪਰ ਅਸੀਂ ਅਗਰ ਇਹਨੂੰ ਵੀ ਕੰਟੀਨਿਊ ਰੱਖੀਏ ਔਰ ਆਸ ਰੱਖੀਏ ਫਲਵੰਤ ਹੋਣ ਦੀ, ਹੱਦਾਂ ਦੇ ਵਿੱਚ ਵਾਧਾ ਹੋਣ ਦੀ, ਜੋ ਆਤਮਕ ਹੱਦਾਂ ਸਾਡੀਆਂ ਹੈਗੀਆਂ, ਖੁਦਾਵੰਦ ਉਹਦੇ ਵਿੱਚ ਸਾਨੂੰ ਬੜੋਤਰੀ ਦੇਵੇ, ਸਾਡਾ ਰੁਤਬਾ ਅੱਗੇ ਵਧਾਵੇ, ਸਾਡਾ ਅਹੁਦਾ ਅੱਗੇ ਵਧਾਵੇ, ਸਾਨੂੰ ਵੱਡੀ ਬਲੇਸਿੰਗਸ ਦੇਵੇ, ਸਾਡੇ ਹੱਥਾਂ ਦੇ ਕੰਮਾਂ ਤੇ ਬਰਕਤ ਪਾਵੇ। ਇਹ ਚੀਜ਼ਾਂ ਪ੍ਰੈਕਟੀਕਲ ਦੇਖਣ ਦੇ ਲਈ ਸਾਨੂੰ ਉਹਨਾਂ ਹਾਲਾਤਾਂ ਦੇ ਵਿੱਚੋਂ ਲੰਘਣਾ ਪੈਣਾ ਜਿਨ੍ਹਾਂ ਦੇ ਵਿੱਚੋਂ ਖੁਦਾਵੰਦ ਸਾਨੂੰ ਲੰਘਾਉਣਾ ਚਾਹੁੰਦੇ ਆ। ਔਰ ਜੋ ਸਾਨੂੰ ਦੇਖਣ ਦੇ ਲਈ ਕਹਿੰਦੇ ਉਹ ਦੇਖਣਾ ਪੈਣਾ, ਔਰ ਜੋ ਦੇਖਣ ਦੇ ਲਈ ਸਾਨੂੰ ਮਨਾ ਕਰਦੇ ਸਾਨੂੰ ਨਹੀਂ ਦੇਖਣਾ ਪੈਣਾ। ਫਿਰ ਜਾ ਕੇ ਅਸੀਂ ਫਲਵੰਤ ਹੋ ਸਕਦੇ ਹਾਂ। ਬੋਲੋ ਆਮੀਨ, ਹਾਲੇਲੂਇਆ। ਹਰ ਕੋਈ ਅਮੀਰ ਹੋਣਾ ਚਾਹੁੰਦਾ ਆ। ਮੈਂ ਤੁਹਾਨੂੰ ਦੱਸਿਆ ਨਾ, ਅਗਰ ਪੁੱਛੋ ਕਿ ਸਵਰਗ ਕੌਣ ਕੌਣ ਜਾਣਾ ਚਾਹੁੰਦਾ, ਹਰ ਕੋਈ ਹੱਥ ਖੜਾ ਕਰਦਾ ਆ। ਅਗਰ ਪੁੱਛੋ ਕਿ ਕੌਣ ਬਲੈਸਡ ਹੋਣਾ ਚਾਹੁੰਦਾ ਆ, ਕੌਣ ਪਵਿੱਤਰ ਆਤਮਾ ਹਾਸਲ ਕਰਨਾ ਚਾਹੁੰਦਾ, ਕੌਣ ਵਚਨ ਦੇ ਗਹਿਰੇ ਭੇਤਾਂ ਨੂੰ ਜਾਣਨਾ ਚਾਹੁੰਦਾ, ਹਰ ਕੋਈ ਹੱਥ ਖੜਾ ਕਰੇਗਾ। ਪਰ ਇਹ ਕਿੱਦਾਂ ਪ੍ਰਾਪਤ ਹੋਣੇ ਹੈ? ਬਹੁਤ ਈਜ਼ੀ ਵੇ ਨਹੀਂ ਆ, ਬਹੁਤ ਸੌਖਾ ਤਰੀਕਾ ਨਹੀਂ ਆ। ਜੇ ਤੁਹਾਨੂੰ ਲੱਗੇ ਕਿ ਬਹੁਤ ਸੌਖਾ ਤਰੀਕਾ ਆ ਤੇ ਅਸੀਂ ਬਹੁਤ ਈਜ਼ੀ ਵੇ ਦੇ ਨਾਲ ਇਹ ਸਾਰੀਆਂ ਚੀਜ਼ਾਂ ਹਾਸਲ ਕਰ ਲਵਾਂਗੇ, ਪਵਿੱਤਰ ਆਤਮਾ ਹਾਸਲ ਕਰ ਲਵਾਂਗੇ, ਪਵਿੱਤਰ ਆਤਮਾ ਦੇ ਵਰਦਾਨ ਹਾਸਲ ਕਰ ਲਵਾਂਗੇ, ਇਹ ਬਹੁਤ ਈਜ਼ੀ ਵੇ ਦੇ ਨਾਲ ਗ੍ਰਹਿਣ ਨਹੀਂ ਹੋਣੇ ਆ। ਮੈਂ ਤੁਹਾਨੂੰ ਦੱਸਿਆ, ਬੜਾ ਸੈਕਰੀਫਾਈਸ ਕਰਨਾ ਪੈਣਾ, ਬੜੀ ਕੁਰਬਾਨੀ ਦੇਣੀ ਪੈਣੀ ਆ। ਜੋ ਦਿਲ ਨੂੰ ਚੰਗਾ ਲੱਗਦਾ ਉਹਨੂੰ ਤਿਆਗਣਾ ਪੈਣਾ ਆ। ਪਵਿੱਤਰ ਬਾਈਬਲ ਦੇ ਵਿੱਚ ਜਦੋਂ ਮੈਂ ਤੁਹਾਨੂੰ ਰੈਫਰੈਂਸ ਦਵਾਂ, ਫਿਰ ਤੁਹਾਨੂੰ ਇਸ ਗੱਲ ਨੂੰ ਤੁਸੀਂ ਜਾਣ ਸਕਦੇ ਆ, ਬਖੂਬੀ ਸਮਝਣ ਦੀ ਕੋਸ਼ਿਸ਼ ਕਰ ਸਕਦੇ ਆ ਕਿ ਜਦੋਂ ਅਸੀਂ ਸੰਤ ਯਹੂਨਾ ਦੀ ਅੰਜੀਲ ਨੂੰ ਓਪਨ ਕਰਦੇ ਆ, ਮੇਰੇ ਨਾਲ ਆਪਣਾ ਬਾਈਬਲ ਖੋਲੀਏ ਜ਼ਰਾ। ਸੰਤ ਯਹੂਨਾ ਦੀ ਅੰਜੀਲ, ਉਹਦਾ 15 ਨੰਬਰ ਅਧਿਆਇ ਔਰ ਉਹਦਾ 1 ਨੰਬਰ ਪੰਕਤੀ ਤੋਂ ਮੈਂ ਪੜ੍ਹਨਾ ਆ ਤੇ ਤਕਰੀਬਨ 10 ਨੰਬਰ ਪੰਕਤੀ ਤੱਕ ਮੈਂ ਜਾਣਾ ਆ। ਤੁਹਾਨੂੰ ਲੈ ਕੇ ਤੁਸੀਂ ਬੜੇ ਹੀ ਅਦਬ ਦੇ ਨਾਲ ਸੁਣਨਾ। ਬਹੁਤ ਵਾਰ ਤੁਸੀਂ ਇਹ ਕਲਾਮ ਸੁਣਿਆ ਹੋਣਾ, ਬਹੁਤ ਵਾਰ ਤੁਸੀਂ ਪੜ੍ਹਿਆ ਵੀ ਹੋਏਗਾ, ਬਹੁਤ ਵਾਰ ਰਿਪੀਟਡ ਸੁਣਿਆ ਹੋਏਗਾ, ਬਹੁਤ ਵਾਰ ਰਿਪੀਟਡ ਰੀਡ ਕੀਤਾ ਹੋਏਗਾ। ਪਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਅੱਜ ਤੁਸੀਂ ਬਰਕਤ ਪ੍ਰਾਪਤ ਕਰੋਗੇ। ਮੈਂ ਨਹੀਂ ਕਹਿੰਦਾ ਕਿ ਪਹਿਲਾਂ ਬਰਕਤ ਨਹੀਂ ਪਾਈ ਹੈ, ਪਹਿਲਾਂ ਵੀ ਤੁਸੀਂ ਬਰਕਤ ਪ੍ਰਾਪਤ ਕੀਤੀ, ਕਿਉਂਕਿ ਖੁਦਾਵੰਦ ਦਾ ਵਚਨ ਹੈ ਹੀ ਸਾਨੂੰ ਬਰਕਤ ਦੇਣ ਦੇ ਲਈ ਆ। ਅਗਰ ਇਹ ਸਾਡੇ ਹੱਥਾਂ 'ਚ, ਸਾਡੀ ਜ਼ਿੰਦਗੀ 'ਚ ਆ, ਇਹ ਹੈ ਹੀ ਸਾਨੂੰ ਬਰਕਤ ਦੇਣ ਦੇ ਲਈ ਆ। ਪਰ ਕਈ ਵਾਰ ਨਹੀਂ ਮਿਲਦੀ। ਉਹਦਾ ਕਾਰਨ ਇਹ ਹੁੰਦਾ ਕਿ ਜਦੋਂ ਅਸੀਂ ਬੜਾ ਆਰਾਮ ਦੇ ਨਾਲ ਵਚਨ ਨੂੰ ਪੜ੍ਹ ਲੈਂਦੇ ਆ, ਗਹਿਰਾਈ ਦੇ ਵਿੱਚ ਨਹੀਂ ਜਾਂਦੇ, ਇਹਨੂੰ ਵੀ ਪ੍ਰੈਕਟੀਕਲ ਨਹੀਂ ਕਰਦੇ ਆ ਜਾਂ ਸਮਝਣ ਦੀ ਕੋਸ਼ਿਸ਼ ਨਹੀਂ ਕਰਦੇ ਆ, ਫਿਰ ਇਹ ਸਾਡੇ ਉੱਪਰੋਂ ਲੰਘ ਜਾਂਦਾ, ਔਰ ਇਸੇ ਲਈ ਬਰਕਤ ਸਾਨੂੰ ਮਿਲਦੀ ਨਹੀਂ ਹੈਗੀ। ਬਾਈਬਲ ਦੇ ਵਿੱਚ ਲਿਖਿਆ, ਜਦੋਂ ਸੰਤ ਯਹੂਨਾ ਦਾ ਅੰਜੀਲ ਉਹਦਾ 15 ਨੰਬਰ ਅਧਿਆਇ ਉਹਦਾ 1 ਨੰਬਰ ਪੰਕਤੀ ਨੂੰ ਪੜ੍ਹਦੇ ਆ। ਸੁਣਨਾ ਬੜੇ ਧਿਆਨ ਦੇ ਨਾਲ, ਅਗਰ ਤੁਸੀਂ ਫਲਵੰਤ ਹੋਣਾ ਚਾਹੁੰਦੇ ਆ, ਅਗਰ ਤੁਸੀਂ ਬਲੇਸਿੰਗਸ ਨੂੰ ਲੈਣਾ ਚਾਹੁੰਦੇ ਆ, ਬੜੇ ਧਿਆਨ ਦੇ ਨਾਲ ਕਲਾਮ ਨੂੰ ਸੁਣਨਾ। ਲਿਖਿਆ, ਮੈਂ ਸੱਚੀ ਅੰਗੂਰ ਦੀ ਵੇਲਿਆਂ ਅਤੇ ਮੇਰਾ ਪਿਤਾ ਬਾਗਵਾਨ ਆ। ਹਰੇਕ ਟਹਿਣੀ ਜਿਹੜੀ ਮੇਰੇ ਵਿੱਚ ਆ ਔਰ ਫਲ ਨਹੀਂ ਦਿੰਦੀ, ਉਹ ਉਸ ਨੂੰ ਲਾਹ ਸੁੱਟਦਾ ਆ, ਅਤੇ ਹਰੇਕ ਜੋ ਫਲ ਦਿੰਦੀ ਆ ਉਹ ਉਸ ਨੂੰ ਛਾਂਗਦਾ ਆ, ਤਾਂ ਜੋ ਉਹ ਹੋਰ ਵੀ ਫਲ ਦੇਵੇ। ਬੋਲੋ ਹਾਲੇਲੂਇਆ। ਕਹਿੰਦੇ, ਮੈਂ, ਯੀਸ਼ੂ ਮਸੀਹ ਕਹਿੰਦੇ, ਮੈਂ ਅੰਗੂਰ ਦੀ ਵੇਲ ਆ, ਮੇਰਾ ਪਿਤਾ ਬਾਗਵਾਨ ਆ। ਮੈਂ ਸੱਚੀ ਅੰਗੂਰ ਦੀ ਵੇਲ ਆ ਤੇ ਮੇਰਾ ਪਿਤਾ ਬਾਗਵਾਨ ਆ। ਔਰ ਅੱਗੇ ਲਿਖਿਆ, ਹਰੇਕ ਟਹਿਣੀ ਜਿਹੜੀ ਮੇਰੇ ਵਿੱਚ ਹੈ ਔਰ ਫਲ ਨਹੀਂ ਦਿੰਦੀ। ਸੁਣਨਾ, ਹੈਗੇ ਮਸੀਹ ਆ, ਪਰ ਖੁਦਾਵੰਦ ਦੇ ਵਚਨ ਨੂੰ ਅੱਗੇ ਫੈਲਾ ਨਹੀਂ ਰਹੇ, ਖੁਦਾਵੰਦ ਦੇ ਨਾਮ ਨੂੰ ਅੱਗੇ ਨਹੀਂ ਲੈ ਕੇ ਜਾ ਰਹੇ,
खुदाबंद दे गवाह नहीं बनते, पवित्र आत्मा पा के खुदाबंद दे काम नहीं करते, खुदाबंद दा वचन लोगों तक, गवांढियां तक, रिश्तेदारां तक नहीं लैके जाते। सुनना बड़े ध्यान दे नाल, कहंदे हरेक डैणी जिहड़ी मेरे विच हैगी आ पर वो फल नहीं दिंदी बई, उस नूं ला सुੱਟਦਾ है। हालेलुया, उस नूं ला सुੱਟਦਾ। तुसीं बहुत सारे लोग देखे होणगे, अगर तुसीं अपने चर्च दे विच नज़र मारो, अगर तुसीं अपने आले दुआले नज़र मारो, बहुत सारे तुहानूं भैण भरा इदां दे मिलणे जिहड़े पहलां एक टाइम 'च बड़े आत्मक हुंदे सीगे पर अज वो नहीं है। पहलों गैर भाषा दे विच भरदे सीगे, पवित्र आत्मा दे नाल भरदे सीगे, पर अज वो नहीं है। अज वो अपनी जॉब दे विच बिजी हो गए ने, अज वो अपने बिजनेस दे विच बिजी हो गए ने, अज वो अपने रिश्तेदारां दे विच, अपने कम्मां दे विच, कारां दे विच बिजी हो गए ने। अज उन्हां दे उपर प्रार्थना करन दे दौरान कोई असर नहीं। ਉਹਦਾ कारण यही आ कि उन्होंने जो मिलिया ਉਹਦਾ इस्तेमाल नहीं किया उन्होंने। जिदा सानू खुदावंद दा पवित्र आत्मा मिलिया और उन्हें सानू इस्तेमाल किया और असी इस्तेमाल होए, और जो थोड़ा सानू मिलिया ਉਹਦੇ ਵਿੱਚ वाधा होया। लिखिया जिहड़ी टाणी मेरे विच हैगी आ पर वो फल नहीं दिंदी, ਉਹਨੂੰ ला सुੱਟਦਾ आ। थोड़ा समा वो दिंदा आ खुदावंद तुहानू, अगर तुसी पाक रूप पाए हुए लोग ने और आराम दे नाल बैठे होए ना, अगर तुसी बहुत ईजी समझते हैं स्वर्ग दे विच पहुंचना, तो मैं तुहानू दसना चाहता इन्ना ईजी नहीं है। खुदावंद दे काम करने पैने आ, दुआ करनी सीख लई, बाइबल पढ़नी सीख लई, पवित्र आत्मा मिल गया, पवित्र आत्मा नाल भरना सीख लिया, ये काफी नहीं है स्वर्ग जाण दे लई। ओहदे काम करने पैने आ, ओहदा वचन फैलाउणा पैना आ, ओहदे गवाह बनना पैना आ। तुहाडा काम वचन दसना, अगला बंदा मन्ने चाहे ना मन्ने, तुहाडा यह काम आ कि तुसी अपने खुदावंद दे सामने गवाह बन जाओ, खुदावंद दे लोगां दे सामने ओहदे गवाह बन जाओ कि खुदावंद ने मेरी जिंदगी दे विच आ वड्डा चमत्कार कीता, खुदावंद ने मैनू इस रीति तो बचाया, पाप दी दलदल दे विचों, नशे दी दलदल दे विचों, बुराई दी दलदल दे विचों खुदावंद ने मैनू बचाया। ये चीज़ां जिहड़ियां आ सानू दसणे पैणियां आ, अगर असीं फलवंत होना चाहुंदे आ, अगर असीं वेल दे नाल लगे रहना चाहुंदे आ। क्यों जिक्र आया इत्थे कि अंगूर दी वेल मैं आया? ये बेलां होर भी आ धरती दे उपर, धरती दे उपर वेलां होर भी किन्नियां चीज़ां दियां हैगियां, पर अंगूर दी बेल दा ही जिक्र क्यों होया आ? अगर तुसीं इहदी गहराई दे विच जाओ, डीप जाओ, जदों अंगूर दी बेल दा जिहड़ा तना आ, जदों जमीन तो उपर नूं उठदा आ, दो तने तीन तने निकलदे आ, वो आपस दे विच बल इस रीति दे नाल पाउंदे आ कि ਉਹਦੇ ਵਿੱਚੋਂ हवा भी क्रॉस नहीं हो पाती है। बोलो आमीन, हालेलुया। किते भी अगर तुहानूं देखण नूं मिले, तुसीं अंगूर दी वेल नूं देखना, उपर जाके तो वो फैल जाती है जिद्दां भी जाल बिछाया हुंदा आ, पर जिहड़ा तना निकलदा हुंदा ना, दो तीन तने निकलदे आ ਉਹਦੇ ਜ਼ਮੀਨ ਦੇ ਵਿੱਚੋਂ, ਉਹ इस तरह लपेटे पैंदे आपस ਦੇ ਵਿੱਚ ਉਹਨਾਂ ਦੇ कि ਉਹਦੇ ਵਿੱਚੋਂ हवा भी क्रॉस नहीं हो पाती आ। इदां दा रिश्ता खुदावंद तुहानूं कहंदा मेरे नाल बनाओ। बोलो आमीन, हालेलुया। कहंदे मैं सच्ची अंगूर दी बेल हां ते तुसीं डालियां आ, इदां मेरे नाल जुड़ जाओ, इदां मेरे नाल चिपक जाओ कि तुहाडे मेरे विचों हवा भी क्रॉस ना हो पावे। बोलो हालेलुया। मतलब शैतान तुहाडे मेरे विचकार आ ही ना पावे। कहंदे जेड़ी टाणी मेरे विच हैगी आ और फल नहीं दिंदी, ਉਹ ਉਹਨੂੰ ਲਾ ਸੁੱਟਦਾ है। और अगर तुसीं फलवंत होना चाहुंदे आ, सुनो बाइबल अगे की कहंदा आ, और लिखिया कहंदे हरेक जो फल दिंदी आ ਉਹ ਉਸ ਨੂੰ ਛਾਂਗਦਾ ਆ। लिखिया जो फल दिंदी आ ਉਹ ਉਸ ਨੂੰ ਛਾਂਗਦਾ ਆ ਤਾਂ ਜੋ ਹੋਰ भी फल देवे। बोलो हालेलुया। कहंदा ਉਹ ਹੋਰ भी फल देवे, इसलिए ਉਹਨੂੰ ਛਾਂਗਦਾ आ। ਅੱਜ परमेश्वर अगर तुहाडी जिंदगी दे विच बीमारी भेज रहा, अगर परमेश्वर तुहाडी जिंदगी दे विच दुख भेज रहा, अगर वो तुहानूं बैड सिचुएशन दे विचों लंघा रहा, ते ओहदा कारण यह है कि परमेश्वर तुहानूं फलवंत करना चाहुंदे आ। फलवंत ईजी वे दे नाल नहीं होना। अगर अज असीं रज के ब्लैस हां, मैं पास्टर ऑस्टिन सैमुअल, अगर असीं अज रज के ब्लैस हां ते असीं बहुत कठिनाई दे समय दे विचों लंघे हां। परमेश्वर ने सानूं पहलां तराशिया आ, बहुत दुख दे समय दे विचों, बहुत तंगी दे समय दे विचों, बहुत गरीबी दे कर्जे दे समय दे विचों दी लंघे आ, तां अज असीं इस मुकाम ते अज असीं पहुंचे हां। जदों वफादार होए हां खुदाबंद दे नाल, जदों ईमानदार होए हां खुदाबंद दे नाल, अज असीं अपने मुंह तो कह सकदे हां परमेश्वर दे उपर मैं घमंड करदा, यीशु मसीह दे नाम दे उपर घमंड करदा हां कि उहने रज के बरकतां दित्तियां होईयां आ, पिछे पै के मिलदियां पईयां आ, वचन पूरा हुंदा पिया आ, बरकतां पिछे पै के मिलदियां पईयां आ। बोलो हालेलुया।
ਪਰ ਹਰ ਕੋਈ ਬੰਦਾ ਜਦੋਂ ਪਰਮੇਸ਼ਵਰ ਛਾਂਟਦਾ ਆ ਨਾ ਹੋਰ ਫਲਵੰਤ ਕਰਨ ਦੇ ਲਈ, ਬਸ ਉਹ ਜਿਹੜਾ ਛਾਂਟਣ ਦਾ ਸਮੇਂ ਹੁੰਦਾ ਨਾ ਉਹਦੇ ਵਿੱਚ ਵਫਾਦਾਰ ਨਹੀਂ ਰਹਿ ਪਾਉਂਦੇ। ਤੁਸੀਂ ਆਪਣੇ ਘਰ ਦੀ, ਆਪਣੇ ਪਰਿਵਾਰ ਦੀ ਸਿਚੁਏਸ਼ਨ ਦੇਖੋ ਕਿ ਖੁਦਾਵੰਦ ਜਿਸ ਸਿਚੁਏਸ਼ਨ ਦੇ ਵਿੱਚੋਂ ਵੀ ਤੁਹਾਨੂੰ ਕੱਢ ਰਿਹਾ ਉਹਨੂੰ ਹਾਂ ਤੇ ਆਮੀਨ ਦੇ ਨਾਲ ਸਵੀਕਾਰ ਕਰੋ, ਬੁੜਬੁੜਾਓ ਨਾ। ਅਗਰ ਤੁਸੀਂ ਇਜ਼ਰਾਈਲੀ ਲੋਕਾਂ ਦੇ ਵੱਲ ਦੇਖਦੇ ਆ, ਪੁਰਾਣਾ ਨਿਯਮ ਅਗਰ ਤੁਸੀਂ ਜਾਣਦੇ, ਵਚਨ ਦਾ ਗਿਆਨ ਰੱਖਦੇ ਆ, ਤਾਂ ਜਦੋਂ ਪੁਰਾਣੇ ਲੋਕ ਬੁੜਬੁੜਾਹਟ ਕਰਦੇ ਸੀਗੇ ਤੇ ਪਰਮੇਸ਼ਵਰ ਦਾ ਕ੍ਰੋਧ ਉਹਨਾਂ ਦੇ ਉੱਪਰ ਭੜਕਦਾ ਸੀਗਾ। ਉਹ ਲੋਕ ਮਾਰੇ ਜਾਂਦੇ ਸੀਗੇ ਜਿਹੜੇ ਕਹਿੰਦੇ ਸੀ ਕਬਰਾਂ ਹੈ ਨਹੀਂ। ਮਿਸਰ ਦੇ ਵਿੱਚ ਜੋ ਸਾਨੂੰ ਉਜਾੜ ਦੇ ਵਿੱਚ ਮਾਰਨ ਦੇ ਲਈ ਲਿਆਇਆ, ਅਸੀਂ ਉੱਥੇ ਮੀਟ ਖਾਂਦੇ ਸੀ, ਇੱਥੇ ਸਾਨੂੰ ਮੀਟ ਨਹੀਂ ਆ। ਉੱਥੇ ਸਾਨੂੰ ਪਾਣੀ ਮਿਲਦਾ ਸੀ, ਇੱਥੇ ਪਿਆਸੇ ਮਾਰਨ ਦੇ ਲਈ ਆਏ, ਉੱਥੇ ਅਸੀਂ ਖੀਰੇ ਖਾਂਦੇ ਸੀ। ਉਹ ਬਹੁਤ ਕੁਝ ਉਹਨਾਂ ਨੇ ਗੱਲਾਂ ਜਿਹੜੀਆਂ ਸੁਣਾਈਆਂ ਬੁੜਬੁੜਾਹਟ ਦੇ ਨਾਲ, ਤੇ ਫਿਰ ਉਹਨਾਂ ਦੇ ਉੱਪਰ ਖੁਦਾਵੰਦ ਦਾ ਕਹਿਰ ਜਿਹੜਾ ਬਰਸਿਆ, ਉਹ ਲੋਕ ਮਾਰੇ ਗਏ ਰਸਤੇ ਦੇ ਵਿੱਚ। ਮੈਂ ਇਸ ਲਈ ਤੁਹਾਨੂੰ ਸਿਖਾਉਣਾ ਚਾਹੁੰਦਾ ਆ, ਇਸ ਲਈ ਪਵਿੱਤਰ ਆਤਮਾ ਦੀ ਅਗਵਾਈ ਦੇ ਨਾਲ ਤੁਹਾਨੂੰ ਦੱਸਣਾ ਚਾਹੁੰਦਾ ਆ ਕਿ ਅਗਰ ਤੁਸੀਂ ਫਲਵੰਤ ਹੋਣਾ ਚਾਹੁੰਦੇ ਆ, ਅਗਰ ਤੁਸੀਂ ਪਰਮੇਸ਼ਵਰ ਦੇ ਵਿੱਚ ਬਣੇ ਰਹਿਣਾ ਚਾਹੁੰਦੇ ਆ, ਅਗਰ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਇਹ ਜੀਵਨ ਜੋ ਤੁਹਾਨੂੰ ਮਿਲਿਆ ਇਹਦੇ ਵਿੱਚ ਹੀ ਤੁਸੀਂ ਚੰਗੇ ਦਿਨ, ਅਮੀਰੀ ਔਰ ਬਲੇਸਿੰਗਸ ਨੂੰ ਦੇਖਣਾ ਚਾਹੁੰਦੇ ਆ, ਤੇ ਜਿਹੜਾ ਛਾਂਟਣ ਦਾ ਸਮੇਂ ਆ ਉਹਦੇ ਵਿੱਚ ਵਫਾਦਾਰ ਰਹੋ, ਉਹਦੇ ਵਿੱਚ ਚੁੱਪ ਰਹੋ। ਜਿੱਦਾਂ ਉੱਨ ਕੁਤਰਨ ਦੇ ਟਾਈਮ ਦੇ ਉੱਤੇ ਭੇਡ ਚੁੱਪਚਾਪ ਵੀ ਸਾਇਲੈਂਟ ਹੋ ਕੇ ਖੜੀ ਰਹਿੰਦੀ ਆ, ਜਦੋਂ ਉੱਨ ਕੁਤਰਦੇ ਆ, ਜਦੋਂ ਉਹਦੇ ਬਾਲ ਕੁਤਰਦੇ ਜਾਂ ਜੋ ਵੀ ਆ, ਰੂਈ ਲਾਉਂਦੇ ਆ ਉਹਦੇ ਉੱਪਰੋਂ ਚੁੱਪ ਕਰਕੇ ਖੜੀ ਰਹਿੰਦੀ ਆ। ਏਦਾਂ ਹੀ ਸਾਨੂੰ ਛਾਂਗਣ ਦੇ ਟਾਈਮ ਦੇ ਉੱਪਰ ਸਾਨੂੰ ਬਿਲਕੁਲ ਚੁੱਪ ਕਰਕੇ ਉਸ ਸਿਚੁਏਸ਼ਨ ਦੇ ਵਿੱਚੋਂ ਲੰਘਣ ਦੀ ਜ਼ਰੂਰਤ ਆ, ਨਾ ਕਿ ਬੁੜਬੁੜਾਹਟ ਕਰਨ ਦੀ। ਬੋਲੋ ਹਾਲੇਲੂਇਆ। ਕਹਿੰਦੇ ਤੂੰ ਜਿਹੜੀ ਟਾਹਣੀ ਮੇਰੇ ਵਿੱਚ ਹੈਗੀ ਆ ਪਰ ਉਹ ਫਲ ਨਹੀਂ ਦਿੰਦੀ, ਉਹਨੂੰ ਲਾ ਸੁੱਟਦਾ, ਕੱਟ ਹੀ ਦਿੰਦਾ। ਛਾਂਗਣ ਦਾ ਸਮੇਂ ਨਹੀਂ ਆ, ਹੁਣ ਛਾਂਗਣ ਦਾ ਸਮੇਂ ਨਹੀਂ ਆ, ਕਹਿੰਦੇ ਉਹ ਲਾ ਸੁੱਟਦਾ ਆ। ਪਹਿਲਾਂ ਮੌਕਾ ਦੇ ਦਿੱਤਾ, ਫਿਰ ਮੌਕਾ ਦੇ ਦਿੱਤਾ, ਫਿਰ ਮੌਕਾ ਦੇ ਦਿੱਤਾ, ਹੁਣ ਮੌਕਾ ਨਹੀਂ, ਹੁਣ ਰਿਜ਼ਲਟ ਆ। ਹਾਲੇਲੂਇਆ। ਤਿਆਰੀ ਕਰੀ ਜਾਣੀ, ਤਿਆਰੀ ਕਰੀ ਜਾਣੀ ਆ। ਹੁਣ ਤਿਆਰ ਰਹਿਣ ਦਾ ਟਾਈਮ ਆ, ਤਿਆਰੀ ਕਰਨ ਦਾ ਟਾਈਮ ਨਹੀਂ ਆ। ਬੋਲੋ ਹਾਲੇਲੂਇਆ। ਕਹਿੰਦੇ ਜਿਹੜੀ ਟਾਹਣੀ ਮੇਰੇ ਵਿੱਚ ਰਹਿੰਦੀ ਆ ਮੈਂ ਉਹਨੂੰ ਛਾਂਗਦਾ ਆ, ਇਸ ਲਈ ਛਾਂਗਦਾ ਕਿ ਉਹ ਹੋਰ ਜ਼ਿਆਦਾ ਫਲਵੰਤ ਹੋਵੇ, ਉਹ ਹੋਰ ਜ਼ਿਆਦਾ ਫਲ ਲੈ ਕੇ ਆਵੇ, ਉਹ ਹੋਰ ਜ਼ਿਆਦਾ ਬਲੇਸਿੰਗਸ ਨੂੰ ਲਵੇ, ਉਹ ਹੋਰ ਜ਼ਿਆਦਾ ਪਵਿੱਤਰ ਆਤਮਾ ਦੇ ਵਰਦਾਨਾਂ ਨੂੰ ਲਵੇ, ਉਹ ਹੋਰ ਜ਼ਿਆਦਾ ਵਚਨ ਦੇ ਭੇਦਾਂ ਦੇ ਨਾਲ ਭਰੇ, ਹੋਰ ਜ਼ਿਆਦਾ ਵਚਨ ਦੇ ਭੇਦਾਂ ਨੂੰ ਖੋਲੇ, ਉਹ ਹੋਰ ਮੇਰੇ ਨਜ਼ਦੀਕ ਆ ਜਾਵੇ। ਬੋਲੋ ਆਮੀਨ ਹਾਲੇਲੂਇਆ। ਬਸ ਉਹ ਛਾਂਗਣ ਦਾ ਜਿਹੜਾ ਸਮੇਂ ਆ, ਛਾਂਗਣ ਦਾ ਜਿਹੜਾ ਟਾਈਮ ਪੀਰੀਅਡ ਆ, ਉਹਦੇ ਵਿੱਚ ਸਾਨੂੰ ਬਣੇ ਰਹਿਣ ਦੀ ਜ਼ਰੂਰਤ ਆ। ਪਰ ਮੋਸਟਲੀ ਜ਼ਿਆਦਾਤਰ ਲੋਕ ਉਸ ਸਮੇਂ ਦੇ ਵਿੱਚ ਬਣੇ ਨਹੀਂ ਰਹਿੰਦੇ ਆ। ਤੁਹਾਡੀ ਜ਼ਿੰਦਗੀ ਦੇ ਵਿੱਚ ਜੋ ਕੁਝ ਵੀ ਹੁੰਦਾ ਪਿਆ, ਮੇਰੀ ਜ਼ਿੰਦਗੀ 'ਚ ਜੋ ਕੁਝ ਵੀ ਹੁੰਦਾ ਪਿਆ, ਪਰਮੇਸ਼ਵਰ ਦੇ ਪਲਾਨ ਤੋਂ ਬਿਨਾਂ ਨਹੀਂ ਆ। ਯਰਮਾਇਆ ਦੇ ਵਿੱਚ ਲਿਖਿਆ ਆ, ਕਹਿੰਦੇ ਪਰਮੇਸ਼ਵਰ ਤੁਹਾਡੇ ਲਈ ਪਲਾਨ ਰਚਦੇ ਪਏ ਆ। ਪਰਮੇਸ਼ਵਰ ਨੇ ਤੁਹਾਡੇ ਲਈ ਸੋਚ ਸੋਚੀ ਹੋਈ ਆ। ਕਹਿੰਦੇ ਮਾੜੀ ਸੋਚ ਨਹੀਂ, ਉਹ ਚੰਗੀ ਸੋਚ ਸੋਚਦਾ ਆ ਤੁਹਾਡੇ ਲਈ, ਮਾੜੀ ਨਹੀਂ ਸੋਚਦਾ। ਜੋ ਕੁਝ ਤੁਹਾਡੀ ਜ਼ਿੰਦਗੀ ਦੇ ਵਿੱਚ ਹੋ ਰਿਹਾ ਆ, ਇਹ ਪਰਮੇਸ਼ਵਰ ਦੀ ਇੱਛਾ ਦੇ ਅਨੁਸਾਰ ਹੋ ਰਿਹਾ, ਕਿਉਂਕਿ ਉਹ ਤੁਹਾਨੂੰ ਤਰਾਸ਼ਣਾ ਚਾਹੁੰਦਾ ਆ, ਉਹ ਤੁਹਾਨੂੰ ਇੱਕ ਅੱਛਾ ਬਣਾਉਣਾ ਚਾਹੁੰਦਾ, ਇੱਕ ਤੁਹਾਨੂੰ ਅਨੋਇੰਟਡ ਬਣਾਉਣਾ ਚਾਹੁੰਦਾ ਆ। ਬੋਲੋ ਆਮੀਨ ਹਾਲੇਲੂਇਆ। ਇੱਕ ਇਨਸਾਨ ਆ, ਉਹਨੂੰ ਪਰਮੇਸ਼ਵਰ ਸਿੱਧਾ ਹੀ ਉਹਨੂੰ ਵਰਦਾਨ ਦੇ ਦੇਵੇ ਪਵਿੱਤਰ ਆਤਮਾ ਦੇ, ਜਾਂ ਪਵਿੱਤਰ ਆਤਮਾ ਦੇ ਦੇਵੇ, ਉਹ 4-5 ਦਿਨ ਬਾਅਦ ਜਾਂ ਹਫ਼ਤੇ ਮਹੀਨੇ ਬਾਅਦ ਉਹ ਚੱਲ ਹੀ ਨਾ ਪਾਵੇ ਉਸ ਰਾਹ ਦੇ ਉੱਪਰ ਜੋ ਪਰਮੇਸ਼ਵਰ ਨੇ ਪਲਾਨ ਉਹਦੀ ਜ਼ਿੰਦਗੀ ਦੇ ਵਿੱਚ ਰੱਖਿਆ, ਜਾਂ ਸੇਵਾ ਜੋ ਉਹਦੇ ਤੋਂ ਲੈਣੀ ਆ ਉਹਦੇ ਤੋਂ ਚੱਲ ਹੀ ਨਾ ਪਾਵੇ, ਤਾਂ ਫਿਰ ਕੀ ਫਾਇਦਾ ਹੋਇਆ ਪਰਮੇਸ਼ਵਰ ਨੂੰ ਉਹ ਵਰਦਾਨ ਦੇਣ ਦਾ। ਵੈਸੇ ਪਰਮੇਸ਼ਵਰ ਏਦਾਂ ਕਰਦੇ ਨਹੀਂ ਆ, ਕਿਉਂਕਿ ਬਿਨਾਂ ਪਰਖ ਦੇ ਕੁਝ ਨਹੀਂ ਮਿਲਣਾ। ਅਸੀਂ ਵੀ ਆਪਣੀ ਮਹਿੰਗੀ ਚੀਜ਼ ਦਾ, ਜਾਂ ਟੁੱਟਣ ਵਾਲੀ ਚੀਜ਼ ਆ, ਕਿਸੇ ਛੋਟੇ ਬੱਚੇ ਦੇ ਹੱਥ 'ਚ ਨਹੀਂ ਦਿੰਦੇ ਅਗਰ ਉਹ ਬਹੁਤ ਕਾਸਟਲੀ ਹੋਵੇ ਤਾਂ। ਸਾਨੂੰ ਪਤਾ ਹੈ ਬੱਚੇ ਨੇ ਗਿਰਾ ਦੇਣੀ ਆ ਤੇ ਤੋੜ ਦੇਣੀ ਆ। ਅੱਜ ਕੱਲ ਇਹ ਮੋਬਾਈਲ ਦੀ ਸਕਰੀਨ ਟੁੱਟਦੀ ਹੈ ਜ਼ਿਆਦਾ, ਅਸੀਂ ਛੋਟੇ ਬੱਚੇ ਦੇ ਹੱਥ 'ਚ ਨਹੀਂ ਦੇਵਾਂਗੇ, ਕਿਉਂਕਿ ਸਾਨੂੰ ਪਤਾ ਬੱਚੇ ਨੇ ਗਿਰਾ ਦੇਣਾ, ਬੱਚੇ ਦੇ ਲਈ ਇਹ ਖਿਡੌਣਾ ਆ, ਪਰ ਸਾਡੇ ਲਈ ਉਹ ਬਹੁਤ ਮਹਿੰਗੀ ਚੀਜ਼ ਆ। ਹਾਲੇਲੂਇਆ। ਇਸੇ ਰੀਤੀ ਦੇ ਨਾਲ ਪਰਮੇਸ਼ਵਰ ਪਹਿਲਾਂ ਛਾਂਗਦੇ ਆ, ਕਾਬਿਲ ਬਣਾਉਂਦੇ ਆ। ਪਰਮੇਸ਼ਵਰ ਪਹਿਲਾਂ ਛਾਂਗਦੇ ਆ, ਯੋਗ ਬਣਾਉਂਦੇ ਆ, ਫਿਰ ਉਹ ਬੰਦਾ ਫਲਵੰਤ ਹੁੰਦਾ ਹੈ, ਫਿਰ ਉਹਦੀਆਂ ਹੱਦਾਂ ਦੇ ਵਿੱਚ ਵਾਧਾ ਹੁੰਦਾ ਆ, ਫਿਰ ਉਹ ਇੱਕ ਮਜ਼ਬੂਤ ਪੇੜ ਦੀ ਡਾਣੀ ਬਣਦਾ ਆ। ਬੋਲੋ ਹਾਲੇਲੂਇਆ। ਮੈਂ ਉਮੀਦ ਕਰਦਾ ਤੁਹਾਨੂੰ ਸਮਝ ਆ ਰਹੀ ਹੈ। ਅਸੀਂ ਫਲਵੰਤ ਹੋਣਾ ਆ, ਅਸੀਂ ਫਲ ਦੇਣ ਵਾਲੇ ਬਣਨਾ ਆ। ਜੇ ਤੁਸੀਂ ਅਮੀਰ ਹੋਣਾ ਚਾਹੁੰਦੇ ਆ ਤੇ ਤੁਹਾਨੂੰ ਗਰੀਬੀ ਦੇ ਵਿੱਚੋਂ ਲੰਘਣਾ ਪੈਣਾ ਆ। ਜੇ ਤੁਸੀਂ ਅਮੀਰ ਹੋਣਾ ਚਾਹੁੰਦੇ ਆ, ਉਸ ਕਸ਼ਟ ਦੇ ਸਮੇਂ ਦੇ ਵਿੱਚੋਂ ਵੀ ਤੁਹਾਨੂੰ ਲੰਘਣਾ ਪੈਣਾ, ਪਰ ਵਫਾਦਾਰੀ ਦੇ ਨਾਲ, ਬਿਨਾਂ ਬੁੜਬੁੜਾਹਟ ਦੇ। ਇਹ ਕਹਿਣ ਦੀ ਜ਼ਰੂਰਤ ਨਹੀਂ ਆ ਚਰਚ ਜਾ ਕੇ ਸਾਨੂੰ ਕੀ ਮਿਲਿਆ,
ਪ੍ਰਭੂ ਦੇ ਵਿੱਚ ਆ ਕੇ ਸਾਨੂੰ ਕੀ ਮਿਲਿਆ। ਪਰ ਤੁਹਾਨੂੰ ਤੁਹਾਡੇ ਬੁੜਬੁੜਾਹਟ ਕਰਨ ਦੇ ਨਾਲ ਜੋ ਖਤਮ ਹੋ ਗਿਆ ਨਾ, ਅਗਰ ਬੁੜਬੁੜਾਹਟ ਨਾ ਕਰਦੇ ਉਸ ਛਾਂਗਣ ਵਾਲੇ ਸਮੇਂ ਦੇ ਵਿੱਚ, ਤੇ ਤੁਹਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਜੋ ਮਿਲਣਾ ਸੀਗਾ ਨਾ, ਉਹ ਕਿਸੇ ਨੂੰ ਵੀ ਨਹੀਂ ਮਿਲਿਆ ਹੋਣਾ। ਬੋਲੋ ਆਮੀਨ, ਹਾਲੇਲੂਇਆ। ਬਸ ਸਬਰ ਨਹੀਂ ਆ। ਅਗਰ ਤੁਹਾਡੇ ਕੋਲੋਂ ਸਬਰ ਨਹੀਂ ਆ ਤੇ ਤੁਹਾਡੇ ਕੋਲੋਂ ਫਿਰ ਆਸ਼ੀਸ਼ ਵੀ ਠਹਿਰ ਨਹੀਂ ਸਕਦੀ। ਜਿਸ ਇਨਸਾਨ ਦੇ ਕੋਲੋਂ ਸਬਰ ਨਹੀਂ ਆ, ਉਹਦੇ ਕੋਲੋਂ ਬਰਕਤ ਵੀ ਠਹਿਰ ਨਹੀਂ ਸਕਦੀ। ਉਹ ਆਪਣੀ ਪਵਿੱਤਰਤਾ ਨੂੰ ਵੀ ਬਰਕਰਾਰ ਨਹੀਂ ਰੱਖ ਸਕਦਾ। ਲੰਬੇ ਸਮੇਂ ਤੱਕ ਨਹੀਂ ਚੱਲ ਸਕਦਾ ਉਹ ਬੰਦਾ ਜਿਹਦੇ ਕੋਲੋਂ ਸਬਰ ਨਹੀਂ ਆ। ਕਹਿੰਦੇ ਮੈਂ ਅੰਗੂਰ ਦੀ ਬੇਲ ਆ, ਮੇਰਾ ਪਿਤਾ ਬਾਗਵਾਨ ਹੈ, ਤੇ ਜਿਹੜੀ ਡਾਲੀ ਮੇਰੇ ਵਿੱਚ ਹੈਗੀ ਆ ਪਰ ਫਲ ਨਹੀਂ ਦਿੰਦੀ, ਉਹਨੂੰ ਕੱਟ ਸੁੱਟਦਾ ਹੈ। ਤੁਸੀਂ ਆਪਣੀ ਜ਼ਿੰਦਗੀ ਦੇ ਵੱਲ ਨਿਗਾਹ ਮਾਰੋ, ਤੁਸੀਂ ਆਪਣੇ ਵੱਲ ਝਾਤੀ ਮਾਰ ਕੇ ਦੇਖੋ, ਤੁਸੀਂ ਕਿੰਨਾ ਕੁ ਫਲ ਲੈ ਕੇ ਆਏ ਆ, ਕਿੰਨਾ ਕੁ ਪਰਮੇਸ਼ਵਰ ਦੇ ਕੰਮ ਕੀਤੇ, ਕਿੰਨੇ ਕੁ ਜਾਣਿਆਂ ਦੇ ਅੱਗੇ ਗਵਾਹ ਬਣੇ ਆ, ਕਿੰਨੇ ਕੁ ਜਣਿਆਂ ਨੂੰ ਪਰਮੇਸ਼ਵਰ ਦਾ ਕਲਾਮ ਸੁਣਾਇਆ, ਕਿੰਨੇ ਕੁ ਜਣਿਆਂ ਨੂੰ ਚਰਚ ਦੇ ਵਿੱਚ ਲੈ ਕੇ ਆਏ ਆ। ਤੁਹਾਡਾ ਕੰਮ ਚਰਚ ਦੇ ਵਿੱਚ ਲੈ ਕੇ ਆਣਾ, ਚਰਚ 'ਚ ਬਣਾ ਕੇ ਰੱਖਣਾ ਖੁਦਾ ਦਾ ਕੰਮ ਆ। ਤੁਹਾਡਾ ਕੰਮ ਲੈ ਕੇ ਆਉਣਾ ਆ। ਤੁਸੀਂ ਆਪਣਾ ਕੰਮ ਬਖੂਬੀ ਕਰੋ ਅਗਰ ਫਲਵੰਤ ਹੋਣਾ ਚਾਹੁੰਦੇ, ਅਗਰ ਤੁਸੀਂ ਬਰਕਤ ਪ੍ਰਾਪਤ ਕਰਨਾ ਚਾਹੁੰਦੇ, ਬਲੈਸਡ ਹੋਣਾ ਚਾਹੁੰਦੇ। ਲਿਖਿਆ ਜੋ ਟਾਹਣੀ ਮੇਰੇ ਵਿੱਚ ਰਹਿੰਦੀ ਆ, ਬਣੀ ਰਹਿੰਦੀ, ਮੈਂ ਉਹਨੂੰ ਛਾਂਗਦਾ ਆ। ਇਸ ਲਈ ਛਾਂਗਦਾ ਕਿ ਉਹ ਹੋਰ ਜ਼ਿਆਦਾ ਫਲਵੰਤ ਹੋਵੇ, ਉਹ ਹੋਰ ਜ਼ਿਆਦਾ ਫਲ ਲੈ ਕੇ ਆਵੇ। ਤੁਸੀਂ ਦੇਖਦੇ ਹੋਣੇ ਆ, ਅਗਰ ਤੁਸੀਂ ਝਾਤੀ ਮਾਰੋ, ਅਮੀਰ ਹੋਰ ਅਮੀਰ ਹੋ ਰਿਹਾ ਹੈ, ਗਰੀਬ ਹੋਰ ਗਰੀਬ ਹੋਈ ਜਾਂਦਾ ਪਿਆ। ਉਹ ਜਿਹਨੂੰ ਛਾਂਗਦਾ, ਉਹ ਇਸ ਲਈ ਛਾਂਗਦਾ ਕਿ ਉਹ ਹੋਰ ਜ਼ਿਆਦਾ ਫਲਵੰਤ ਹੋਵੇ। ਹਾਲੇਲੂਇਆ। ਤੁਸੀਂ ਵਫਾਦਾਰੀ ਵਾਲਾ ਜੀਵਨ ਖੁਦਾ ਨੂੰ ਦੇ ਕੇ ਦੇਖੋ। ਵਫਾਦਾਰੀ ਹਰ ਇੱਕ ਕੰਮ ਦੇ ਵਿੱਚ, ਦਸਵੰਤ ਦੇ ਵਿੱਚ, ਦਾਨ ਦੇਣ ਦੇ ਵਿੱਚ, ਪ੍ਰਾਰਥਨਾ ਕਰਨ ਦੇ ਵਿੱਚ, ਬਾਈਬਲ ਪੜ੍ਹਨ ਦੇ ਵਿੱਚ, ਮੀਟਿੰਗ ਅਟੈਂਡ ਕਰਨ ਦੇ ਵਿੱਚ, ਗਵਾਹ ਬਣਨ ਦੇ ਵਿੱਚ, ਪ੍ਰਚਾਰ ਕਰਨ ਦੇ ਵਿੱਚ, ਵਚਨ ਸੁਣਾਉਣ ਦੇ ਵਿੱਚ, ਲੋਕਾਂ ਨੂੰ ਖੁਦਾਵੰਦ ਦੇ ਘਰ ਦੇ ਵਿੱਚ ਲੈ ਕੇ ਆਉਣ ਦੇ ਵਿੱਚ ਵਫਾਦਾਰੀ ਦਿਖਾਓ ਤਾਂ ਸਹੀ ਖੁਦਾ ਨੂੰ। ਦੇਖੋ ਤੁਹਾਨੂੰ ਕਿੱਥੋਂ ਦੀ ਕਿੱਥੇ ਲੈ ਜਾਏਗਾ, ਤੁਹਾਨੂੰ ਖੁਦ ਨਹੀਂ ਪਤਾ ਹੋਏਗਾ। ਕਹਿੰਦਾ ਉਹ ਰੂੜੀ ਤੋਂ ਚੁੱਕ ਕੇ ਪਤਵੰਤਿਆਂ ਦੇ ਵਿੱਚ ਬਿਠਾਉਣ ਵਾਲਾ ਪਰਮੇਸ਼ਵਰ ਆ। ਹਾਲੇਲੂਇਆ। ਅਗਰ ਤੁਹਾਡੇ ਵਿੱਚ ਸਬਰ ਨਹੀਂ ਹੈ ਤੇ ਤੁਸੀਂ ਵੱਧ ਨਹੀਂ ਸਕਦੇ ਖੁਦਾ ਦੇ ਵਿੱਚ। ਜੋ ਆਸ਼ੀਸ਼ ਤੁਹਾਨੂੰ ਮਿਲੀ ਹੈ ਤੁਸੀਂ ਉਹਨੂੰ ਸਾਂਭ ਵੀ ਨਹੀਂ ਸਕਦੇ ਜੇ ਸਬਰ ਤੁਹਾਡੇ ਕੋਲ ਨਹੀਂ ਹੈ। ਔਰ ਅੱਗੇ ਲਿਖਿਆ ਬਾਈਬਲ ਦੇ ਵਿੱਚ, ਸੁਣੋ ਬੜੇ ਧਿਆਨ ਦੇ ਨਾਲ, ਕਹਿੰਦੇ ਤੁਸੀਂ ਤਾਂ ਉਸ ਵਚਨ ਕਰਕੇ ਜੋ ਮੈਂ ਤੁਹਾਨੂੰ ਕਿਹਾ ਸੀਗਾ ਸਾਫ਼ ਹੋ ਚੁੱਕੇ ਆ। ਹਾਂਜੀ, ਲਿਖਿਆ ਤੁਸੀਂ ਮੇਰੇ ਵਿੱਚ ਰਹੋ ਅਤੇ ਮੈਂ ਤੁਹਾਡੇ ਵਿੱਚ, ਤਾਂ ਤੁਸੀਂ ਫਲਵੰਤ ਹੋ ਸਕਦੇ ਆ, ਤਾਂ ਤੁਸੀਂ ਅਮੀਰ ਹੋ ਸਕਦੇ ਆ, ਤਾਂ ਤੁਸੀਂ ਕਾਰ ਦੇ ਮਾਲਿਕ ਹੋ ਸਕਦੇ ਆ, ਘਰ ਦੇ ਮਾਲਿਕ ਹੋ ਸਕਦੇ ਆ, ਜਦੋਂ ਤੁਸੀਂ ਪ੍ਰਭੂ ਦੇ ਵਿੱਚ ਰਹੋਗੇ ਔਰ ਪ੍ਰਭੂ ਤੁਹਾਡੇ ਵਿੱਚ ਰਹੇਗਾ। ਬੋਲੋ ਆਮੀਨ, ਹਾਲੇਲੂਇਆ। ਅੱਜ ਸਾਨੂੰ ਪਤਾ ਸਾਡੀ ਆਹ ਕਮੀ ਆ, ਗੁੱਸਾ, ਸਾਡੀ ਆਹ ਕਮੀ ਆ, ਗਾਲਾਂ ਨਿਕਲ ਜਾਂਦੀਆਂ ਗੁੱਸੇ ਦੇ ਵਿੱਚ, ਬੁਰਾ ਬੋਲ ਹੋ ਜਾਂਦਾ, ਜੋ ਨਹੀਂ ਬੋਲਣਾ ਚਾਹੁੰਦੇ ਉਹ ਬੋਲ ਹੋ ਜਾਂਦਾ, ਜੋ ਨਹੀਂ ਕਰਨਾ ਚਾਹੁੰਦੇ ਉਹ ਕਰ ਹੋ ਜਾਂਦਾ ਗੁੱਸੇ ਦੇ ਵਿੱਚ ਜਾਂ ਸਿਚੁਏਸ਼ਨ, ਹਾਰਡ ਸਿਚੁਏਸ਼ਨ ਦੇ ਵਿੱਚ। ਪਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਆ, ਇਹੀ ਇੱਕ ਸਮਾਂ ਹੁੰਦਾ ਹੈ ਜਿਹਦੇ ਵਿੱਚ ਅਸੀਂ ਆਪਣੇ ਆਤਮਿਕ ਜੀਵਨ ਦੀ ਰਾਖੀ ਕਰਨੀ ਹੁੰਦੀ ਆ। ਹਾਲੇਲੂਇਆ। ਇਸੇ ਲਈ ਅਸੀਂ ਆਪਣੇ ਘਰ ਦੇ ਮਾਲਕ ਨਹੀਂ, ਆਪਣੀ ਕਾਰ ਦੇ ਮਾਲਕ ਨਹੀਂ ਆ, ਆਪਣੀਆਂ ਬਲੇਸਿੰਗਸ ਦੇ ਮਾਲਕ ਨਹੀਂ ਆ। ਬਲੇਸਿੰਗਸ ਹੈਗੀਆਂ ਪਰ ਤੁਸੀਂ ਉਹਦੇ ਮਾਲਕ ਨਹੀਂ ਹੈਗੇ। ਤੁਹਾਨੂੰ ਪਤਾ ਸ਼ੋਰੂਮ ਦੇ ਵਿੱਚ ਖੜੀ ਗੱਡੀ ਤੁਹਾਡੀ ਆ, ਪਰ ਅਸੀਂ ਉਹਦੇ ਮਾਲਕ ਨਹੀਂ ਆ। ਕਦੋਂ ਉਹਦੇ ਮਾਲਕ ਬਣਾਂਗੇ? ਜਦੋਂ ਖੁਦਾਵੰਦ ਦੇ ਵਿੱਚ ਵਫਾਦਾਰ ਹੋਵਾਂਗੇ। ਤੁਹਾਨੂੰ ਪਤਾ ਇਸ ਧਰਤੀ ਦੇ ਉੱਪਰ ਤੁਹਾਡਾ ਇੱਕ ਘਰ ਆ ਜਿਹਦੇ ਵਿੱਚ ਖੁਦਾਵੰਦ ਨੇ ਤੁਹਾਨੂੰ ਲੈ ਕੇ ਜਾਣਾ, ਬਿਠਾਣਾ, ਉਹਨੂੰ ਤੁਹਾਡੇ ਨਾਮ ਤੇ ਉੱਤੇ ਕਰਨਾ ਆ। ਉਹ ਸਾਡੀ ਬਲੇਸਿੰਗ ਆ। ਕਿੱਦਾਂ ਹਾਸਲ ਹੋਣੀ ਆ? ਜਦੋਂ ਅਸੀਂ ਉਹ ਕੰਮ ਕਰਾਂਗੇ ਜੋ ਪਰਮੇਸ਼ਵਰ ਨੂੰ ਚੰਗੇ ਲੱਗਦੇ ਆ। ਹਾਲੇਲੂਇਆ। ਬੈਂਕ ਦੇ ਵਿੱਚ ਜੋ ਪੈਸਾ ਪਿਆ ਉਹ ਤੁਹਾਡੇ ਨਾਮ ਤੇ ਬੋਲਣਾ ਚਾਹੀਦਾ, ਤੁਹਾਡੀ ਕਾਪੀ ਤੇ ਉਹਦੀ ਐਂਟਰੀ ਹੋਣੀ ਚਾਹੀਦੀ ਆ। ਲੱਖੋਂ ਲੱਖ ਰੁਪਇਆ ਕਿੱਦਾਂ ਹੋਏਗਾ? ਉਹ ਕਹਿੰਦਾ ਮੈਂ ਛਾਂਗਦਾ ਆ ਤਾਂ ਜੋ ਹੋਰ ਫਲ ਲੈ ਕੇ ਆਵੇ। ਸ਼ੋਰੂਮ 'ਚ, ਕਾਰ ਦੇ ਸ਼ੋਰੂਮ 'ਚ ਤੁਹਾਡੇ ਨਾਮ ਤੇ ਕਾਰ ਹੈਗੀ ਆ, ਉਹਦੀ ਰਜਿਸਟ੍ਰੇਸ਼ਨ ਕਦੋਂ ਤੁਹਾਡੇ ਨਾਮ ਤੇ ਹੋਏਗੀ? ਜਦੋਂ ਤੁਸੀਂ ਆਪਣੀ ਕੁਰਬਾਨੀ ਦੇਣੀ ਸ਼ੁਰੂ ਕਰੋਗੇ। ਕੁਰਬਾਨੀ ਕਿਹੜੀ ਆ? ਫੋਰ ਐਗਜ਼ਾਮਪਲ, ਗੁੱਸੇ ਦੇ ਵਿੱਚ ਕੰਟਰੋਲ ਨਹੀਂ ਆ, ਗੁੱਸੇ ਨੂੰ ਕੰਟਰੋਲ ਕਰਨਾ ਸਿੱਖੋ। ਗੁੱਸੇ ਦੇ ਵਿੱਚ ਬੁਰਾ ਬੋਲ ਹੋ ਜਾਂਦਾ, ਉਹਨੂੰ ਕੰਟਰੋਲ ਕਰਨਾ ਸਿੱਖੋ। ਬੁਰਾ ਦੇਖ ਹੋ ਜਾਂਦਾ, ਉਹਨੂੰ ਕੰਟਰੋਲ ਕਰਨਾ ਸਿੱਖੋ। ਪਰਮੇਸ਼ਵਰ ਦੇ ਦਾਇਰੇ ਦੇ ਵਿੱਚ ਆਓ, ਜੋ ਪਰਮੇਸ਼ਵਰ ਤੁਹਾਨੂੰ ਕਹਿੰਦਾ। ਵੇਲ ਦੇ ਨਾਲ ਲੱਗਣ ਦੀ ਕੋਸ਼ਿਸ਼ ਕਰੋ, ਲਿਥਣ ਦੀ ਕੋਸ਼ਿਸ਼ ਨਾ ਕਰੋ। ਵੇਲ ਤੋਂ ਅਲੱਗ ਹੋਣ ਦੀ ਕੋਸ਼ਿਸ਼ ਨਾ ਕਰੋ, ਵੇਲ ਦੇ ਨਾਲ ਜੁੜਨ ਦੀ ਕੋਸ਼ਿਸ਼ ਕਰੋ। ਯਿਸੂ ਮਸੀਹ ਨੇ ਗਾਲਾਂ ਨਹੀਂ ਕੱਢੀਆਂ ਕਿ ਜੇ ਉਹਦਾ ਆਤਮਾ ਸਾਡੇ ਅੰਦਰ ਆ ਤੇ ਅਸੀਂ ਗਾਲਾਂ ਕੱਢਦੇ ਪਏ ਆ ਤੇ ਇਹਦਾ ਮਤਲਬ ਉਹਦਾ ਆਤਮਾ ਨਹੀਂ ਹੈ। ਇਹ ਕੋਈ ਹੋਰ ਹੀ ਆਤਮਾ ਤੁਹਾਡੇ ਅੰਦਰ ਕੰਮ ਕਰਦਾ। ਜਿਹੜਾ ਗਾਲਾਂ ਕੱਢਦਾ ਉਹਦੇ ਅੰਦਰ ਖੁਦਾ ਦਾ ਆਤਮਾ ਨਹੀਂ ਹੈ। ਯਾਦ ਰੱਖਣਾ ਮੇਰੀ ਗੱਲ ਨੂੰ।
ਜ਼ਮੀਨ ਦੇ ਉੱਪਰ, ਧਰਤੀ ਦੇ ਉੱਪਰ ਬਹੁਤ ਸਾਰੇ ਮਕਾਨ ਜਾਂ ਬਹੁਤ ਸਾਰੇ ਮਕਾਨ, ਜ਼ਮੀਨਾਂ ਹੈਗੀਆਂ ਜਿਨ੍ਹਾਂ ਦੀ ਰਜਿਸਟਰੀ ਤੁਹਾਡੇ ਨਾਮ ਤੇ ਬੋਲਣੀ ਆ ਆਉਣ ਵਾਲੇ ਸਮੇਂ ਦੇ ਵਿੱਚ, ਅਗਰ ਤੁਸੀਂ ਵੇਲ ਦੇ ਨਾਲ ਲੱਗੇ ਰਹਿਣਾ ਚਾਹੋਗੇ। ਵੇਲ ਦੇ ਨਾਲ ਏਦਾਂ ਨਹੀਂ ਲੱਗੇ ਰਹਿਣਾ ਪੈਂਦਾ, ਹਨੇਰੀਆਂ ਤੂਫਾਨਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜਿਹੜੀ ਕਮਜ਼ੋਰ ਡਾਲੀ ਆ ਉਹ ਟੁੱਟ ਜਾਂਦੀ ਆ ਜਦੋਂ ਹਨੇਰੀ ਆਉਂਦੀ ਆ, ਜਦੋਂ ਤੂਫਾਨ ਆਂਦਾ ਆ, ਪੇੜ ਹਿਲਦਾ ਆ, ਉਹ ਜਿਹੜੀ ਕਮਜ਼ੋਰ ਡਾਲੀ ਆ ਉਹ ਟੁੱਟ ਜਾਂਦੀ ਆ। ਪਰ ਜਿਹਨੇ ਪਕੜ ਕੇ ਮਜ਼ਬੂਤ ਬਣਾਈ ਹੁੰਦੀ ਆ, ਜਿੰਨਾ ਮਰਜ਼ੀ ਤੂਫਾਨ ਆਵੇ ਉਹ ਹਿੱਲੇਗੀ ਜੁੱਲੇਗੀ ਜ਼ਰੂਰ, ਪਰ ਉਹ ਟੁੱਟੇਗੀ ਨਹੀਂ ਵੇਲ ਦੇ ਨਾਲੋਂ। ਬੋਲੋ ਆਮੀਨ, ਹਾਲੇਲੂਇਆ। ਇਸ ਰੀਤੀ ਦੇ ਅਸੀਂ ਮਸੀਹ ਬਣਨਾ ਆ। ਜ਼ਿੰਦਗੀ ਦੇ ਵਿੱਚ ਦੁੱਖ ਆਣ, ਪਰੇਸ਼ਾਨੀਆਂ ਆਣ, ਕੋਈ ਦਿੱਕਤ ਨਹੀਂ ਹੈ, ਜ਼ਿੰਦਗੀ ਦਾ ਹਿੱਸਾ ਆ। ਬਿਮਾਰੀ ਜ਼ਿੰਦਗੀ ਦਾ ਹਿੱਸਾ ਆ। ਕਬਰਾਂ ਦੇ ਵਿੱਚ ਜਿਹੜੇ ਲੋਕ ਪਏ ਉਹਨਾਂ ਨੂੰ ਬਿਮਾਰੀ ਨਹੀਂ ਆਂਦੀ, ਨਾ ਉਹਨਾਂ ਦਾ ਸਿਰ ਦੁਖਦਾ, ਨਾ ਪੈਰ ਦੁਖਦਾ, ਨਾ ਕੋਈ ਜ਼ਖਮ ਹੁੰਦਾ ਉਹਨਾਂ ਦੀ। ਜਿਉਂਦੇ ਜੀ ਇਹ ਇੱਕ ਇਨਸਾਨ ਦੀ ਜ਼ਿੰਦਗੀ ਦਾ ਹਿੱਸਾ ਆ। ਸਿਰ ਦਰਦ ਹੋਣਾ, ਬੁਖਾਰ ਚੜਨਾ, ਵਾਇਰਲ ਹੋਣਾ, ਇਹ ਧਰਤੀ ਦੇ ਉੱਪਰ ਰਹਿੰਦੇ ਆ ਕਿ ਇਨਸਾਨ ਦੀ ਜ਼ਿੰਦਗੀ ਦਾ ਹਿੱਸਾ ਆ। ਪਰ ਇਹਦੇ ਵਿੱਚੋਂ ਅਸੀਂ ਲੰਘਣਾ ਆ ਸਬਰ ਦੇ ਨਾਲ। ਬੋਲੋ ਹਾਲੇਲੂਇਆ। ਕਹਿੰਦਾ ਮੈਂ ਇਸੇ ਲਈ ਛਾਂਗਦਾ ਤਾਂ ਜੋ ਤੁਸੀਂ ਹੋਰ ਫਲਵੰਤ ਹੋਵੋ। ਇੱਕ ਗੱਡੀ ਨਹੀਂ, 2-3 ਗੱਡੀਆਂ ਲਵੋ। ਇੱਕ ਘਰ ਨਹੀਂ, 2-3 ਘਰਾਂ ਦੇ ਮਾਲਕ ਹੋਵੋ ਤੁਸੀਂ। ਕਹਿੰਦਾ ਮੈਂ ਤੁਹਾਨੂੰ ਛਾਂਗਦਾ ਹੈ। ਅਸੀਂ ਛਾਂਗਣ ਵਾਲੇ ਸਮੇਂ ਦੇ ਵਿੱਚ ਹੀ ਬੁੜਬੁੜਾਹਟ ਕਰਦੇ ਹਾਂ। ਜਿੱਥੇ ਅਸੀਂ ਕੰਟਰੋਲ ਕਰਨਾ ਹੁੰਦਾ ਉੱਥੇ ਅਸੀਂ ਖੁੱਲ ਜਾਂਦੇ ਹਾਂ, ਔਰ ਜਿੱਥੇ ਖੁੱਲਣ ਦਾ ਸਮੇਂ ਹੁੰਦਾ ਉੱਥੇ ਅਸੀਂ ਕੰਟਰੋਲ ਕਰ ਲੈਂਦੇ ਹਾਂ। ਇਹੀ ਬਹੁਤ ਵੱਡੀ ਮਿਸਟੇਕ ਆ ਅੱਜ ਦੇ ਕ੍ਰਿਸਚਨ ਯੂਥ ਦੀ, ਅੱਜ ਦੇ ਕ੍ਰਿਸਚਨ ਲੋਕਾਂ ਦੀ। ਜਿੱਥੇ ਆਪਣੇ ਆਪ ਨੂੰ ਕੰਟਰੋਲ ਕਰਨਾ, ਆਪਣੇ ਆਪ ਨੂੰ ਬੰਨਣਾ ਆ, ਆਪਣੇ ਆਪ ਨੂੰ ਇੱਕ ਦਾਇਰੇ ਦੇ ਵਿੱਚ ਰੱਖਣਾ, ਉੱਥੇ ਅਸੀਂ ਖੁੱਲ ਜਾਂਦੇ ਹਾਂ, ਉੱਥੇ ਅਸੀਂ ਆਪਣੇ ਆਪ ਨੂੰ ਖੋਲ ਦਿੰਦੇ। ਜਿੱਥੇ ਮਜ਼ਾਕ ਹੋ ਰਿਹਾ, ਮਖੌਲੀਆਂ ਦੀ ਜੁੰਡੀ ਹੋ ਰਹੀ, ਉੱਥੇ ਸਾਨੂੰ ਆਪਣੇ ਆਪ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕਰਨੀ ਹੈ। ਉੱਥੇ ਅਸੀਂ ਆਪਣੇ ਆਪ ਨੂੰ ਬੰਨਣ ਦੀ ਕੋਸ਼ਿਸ਼ ਕਰਨੀ ਹੈ ਕਿ ਨਹੀਂ ਮੈਂ ਵਚਨ ਦੇ ਦਾਇਰੇ 'ਚ ਬੰਨਿਆ ਹੋਇਆ। ਪਰ ਅਸੀਂ ਕੀ ਕਰਦੇ, ਉੱਥੇ ਅਸੀਂ ਆਪਣੇ ਆਪ ਨੂੰ ਖੋਲ ਦਿੰਦੇ। ਅਸੀਂ ਵਿਆਹਾਂ ਸ਼ਾਦੀਆਂ ਤੇ ਪਾਰਟੀਆਂ ਤੇ ਜਾਂਦੇ ਆ, ਮਸੀਹ ਲੋਕ ਉਹ ਡੀਜਿਆਂ ਦੇ ਉੱਤੇ ਨੱਚਦੇ ਆ, ਉੱਥੇ ਸਾਨੂੰ ਅਸੀਂ ਆਪਣੇ ਆਪ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕਰਨੀ ਆ। ਉੱਥੇ ਅਸੀਂ ਆਪਣੇ ਆਪ ਨੂੰ ਇੱਕ ਵਚਨ ਦੇ ਵਿੱਚ ਬੰਨਣ ਦੀ ਜ਼ਰੂਰਤ ਆ। ਔਰ ਜਦੋਂ ਵਰਸ਼ਿਪ ਦਾ ਟਾਈਮ ਆਉਂਦਾ ਚਰਚ ਦੇ ਵਿੱਚ, ਉਦੋਂ ਅਸੀਂ ਆਪਣੇ ਆਪ ਨੂੰ ਬੰਨ ਲੈਂਦੇ ਆ। ਜਦੋਂ ਡੀਜੇ ਤੇ ਨੱਚਣਾ ਹੁੰਦਾ ਉਦੋਂ ਅਸੀਂ ਆਪਣੇ ਆਪ ਨੂੰ ਖੋਲ ਲੈਂਦੇ ਆ। ਅਸੀਂ ਉਲਟ ਚੱਲਦੇ ਆ, ਤਾਂ ਹੀ ਫਲਵੰਤ ਨਹੀਂ ਆ। ਕਿਉਂਕਿ ਇੱਕ ਟੂਟੀ ਦੇ ਵਿੱਚੋਂ 2 ਤਰ੍ਹਾਂ ਦਾ ਪਾਣੀ ਨਹੀਂ ਨਿਕਲ ਸਕਦਾ। ਇੱਕ ਮਸੀਹ ਬੰਦਾ ਡੀਜੇ ਦੇ ਉੱਤੇ ਔਰ ਵਰਸ਼ਿਪ ਦੇ ਵਿੱਚ ਨੱਚ ਨਹੀਂ ਸਕਦਾ। ਇੱਕ ਰੀਅਲ ਕ੍ਰਿਸਚਨ ਆ ਜਿਹੜਾ ਵੇਲ ਦੇ ਨਾਲ ਲੱਗਾ ਪਿਆ ਆ, ਪੇੜ ਦੇ ਨਾਲ ਲੱਗਾ ਪਿਆ ਆ, ਉਹ ਸਿਰਫ ਵਰਸ਼ਿਪ ਦੇ ਵਿੱਚ ਨੱਚਦਾ, ਉਹ ਸਿਰਫ ਖੁਦਾਵੰਦ ਦੀ ਹਜ਼ੂਰੀ ਦੇ ਵਿੱਚ ਨੱਚਦਾ। ਨੱਚਣ ਦਾ ਮਤਲਬ ਮਗਨ ਹੁੰਦਾ ਆ ਆਤਮਾ ਦੇ ਵਿੱਚ। ਉਦਾਂ ਹੀ ਨਹੀਂ ਭੰਗੜੇ ਪਾਈ ਜਾਣੇ, ਉਦਾਂ ਹੀ ਨਹੀਂ ਛਾਲਾਂ ਮਾਰੀ ਜਾਣੀਆਂ, ਟਾਈਮ ਪਾਸ ਕਰਨ ਦੇ ਲਈ ਨਹੀਂ, ਦਿਖਾਵੇ ਦੇ ਲਈ ਨਹੀਂ, ਆਤਮਾ ਦੇ ਵਿੱਚ ਮਗਨ ਹੋ ਕੇ। ਬੋਲੋ ਆਮੀਨ, ਹਾਲੇਲੂਇਆ। ਬਸ ਉਹ ਜਿਹੜਾ ਛਾਂਗਣ ਦਾ ਪ੍ਰੋਸੈਸ ਆ ਖੁਦਾਵੰਦ ਦਾ, ਉਹਦੇ ਵਿੱਚੋਂ ਲੰਘਣਾ ਕਿੱਦਾਂ ਆ, ਇਹ ਗੱਲਾਂ ਸਿੱਖਣ ਵਾਲੀਆਂ ਆ। ਤੁਹਾਡੀ ਜ਼ਿੰਦਗੀ ਦੇ ਵਿੱਚ ਕੁਝ ਵੀ ਬੈਡ ਨਿਊਜ਼ ਆਂਦੀ ਆ, ਬੈਡ ਸਿਚੁਏਸ਼ਨ ਆਂਦੀ ਆ, ਸਮਝੋ ਖੁਦਾਵੰਦ ਤੁਹਾਨੂੰ ਛਾਂਗ ਰਿਹਾ ਆ ਵੱਡੀ ਬਰਕਤ ਤੁਹਾਡੇ ਹਵਾਲੇ ਕਰਨ ਦੇ ਲਈ। ਬੋਲੋ ਆਮੀਨ, ਹਾਲੇਲੂਇਆ। ਇੱਕ ਬਹੁਤ ਐਕਸਪੈਂਸਿਵ ਕੋਈ ਚੀਜ਼ ਤੁਹਾਡੇ ਹਵਾਲੇ ਕਰਨ ਵਾਲਾ, ਕਿਉਂਕਿ ਆਤਮਕ ਜਿਹੜੀਆਂ ਚੀਜ਼ਾਂ ਖੁਦਾਵੰਦ ਦੇ ਕੋਲੋਂ ਸਾਨੂੰ ਮਿਲਦੀਆਂ ਉਹ ਅਨਮੋਲ ਆ, ਉਹਨਾਂ ਦਾ ਮੋਲ ਨਹੀਂ ਆ, ਉਹ ਪੈਸੇ ਨਾਲ ਨਹੀਂ ਖਰੀਦੀਆਂ ਜਾ ਸਕਦੀਆਂ। ਵੀ ਅੱਜ ਤੁਸੀਂ ਕਹੋ ਪਾਸਟਰ ਨੂੰ ਵੀ ਆ ਲਓ ਜੀ ਲੱਖ ਰੁਪਇਆ ਤੇ ਮੈਨੂੰ ਪਵਿੱਤਰ ਆਤਮਾ ਦੇ ਦਿਓ ਜੀ, ਕਦੀ ਵੀ ਨਹੀਂ ਮਿਲਣਾ ਤੁਹਾਨੂੰ। ਖੁਦਾਵੰਦ ਦੇ ਕੋਲੋਂ ਜਿਹੜੀਆਂ ਚੀਜ਼ਾਂ ਮਿਲਦੀਆਂ ਉਹ ਅਨਮੋਲ ਆ। ਉਸ ਸਿਚੁਏਸ਼ਨ ਦੇ ਵਿੱਚੋਂ ਸਬਰ ਦੇ ਨਾਲ ਲੰਘ ਕੇ ਪ੍ਰਾਪਤ ਹੁੰਦੀਆਂ ਆ। ਹਾਲੇਲੂਇਆ। ਉਹ ਇਸੇ ਲਈ ਉਹ ਛਾਂਗਦਾ ਨਾ, ਜਦੋਂ ਉਹ ਸਿਚੁਏਸ਼ਨ ਦੇ ਵਿੱਚ ਸਾਨੂੰ ਬਣੇ ਰਹਿਣ ਦੀ ਜ਼ਰੂਰਤ ਹੈ। ਉਹ ਕਿਸੇ ਵਿੱਚੋਂ ਵੀ ਕੰਮ ਕਰ ਸਕਦਾ। ਜੇ ਤੁਸੀਂ ਹਸਬੈਂਡ ਆ ਤੁਹਾਡੀ ਵਾਈਫ ਦੇ ਵਿੱਚੋਂ, ਜੇ ਤੁਸੀਂ ਵਾਈਫ ਆ ਤੁਹਾਡੇ ਹਸਬੈਂਡ ਦੇ ਵਿੱਚੋਂ, ਅਗਰ ਤੁਸੀਂ ਸੱਸ ਆ ਤਾਂ ਤੁਹਾਡੀ ਨੂੰਹ ਦੇ ਵਿੱਚੋਂ, ਨੂੰਹ ਆ ਤਾਂ ਤੁਹਾਡੀ ਸੱਸ ਦੇ ਵਿੱਚੋਂ, ਤੁਹਾਡੇ ਹਸਬੈਂਡ ਦੇ ਵਿੱਚੋਂ, ਉਹ ਕਿਸੇ ਵਿੱਚੋਂ ਵੀ ਤੁਹਾਨੂੰ ਕੰਮ ਕਰ ਸਕਦਾ ਹੈ। ਤੁਹਾਡੇ ਛਾਂਗਣ ਦਾ ਜਿਹੜਾ ਪ੍ਰੋਸੈਸ ਆ, ਤੁਹਾਨੂੰ ਛਾਂਗ ਜਦੋਂ ਲੱਗਦੀ ਪਈ ਆ ਡਾਲੀ ਨੂੰ, ਉਸ ਸਮੇਂ ਅਸੀਂ ਸਮਝਣਾ ਆ ਕਿ ਅਸੀਂ ਕਿੱਦਾਂ ਹੁਣ ਆਪਣੇ ਆਪ ਨੂੰ ਬੰਨ ਕੇ ਰੱਖਣਾ, ਕਿੱਦਾਂ ਅਸੀਂ ਆਪਣੇ ਆਪ ਨੂੰ ਕੰਟਰੋਲ ਕਰਨਾ ਹੈ। ਬੋਲੋ ਹਾਲੇਲੂਇਆ। ਹਰ ਇੱਕ ਚੀਜ਼ ਦਾ ਵੇਲਾ ਆ। ਬਾਈਬਲ ਕਹਿੰਦਾ ਜੇ ਅੱਜ ਚੁੱਪ ਰਹਿਣ ਦਾ ਵੇਲਾ ਤੇ ਕਦੀ ਰੋਲਾ ਪਾਉਣ ਦਾ ਵੀ ਵੇਲਾ ਆਏਗਾ। ਅੱਜ ਅਗਰ ਤੰਗੀ ਦਾ ਵੇਲਾ ਆ, ਕਦੀ ਖੁੱਲਾ ਖਰਚਣ ਦਾ ਵੀ ਵੇਲਾ ਆਏਗਾ। ਬੋਲੋ ਹਾਲੇਲੂਇਆ। ਬਹੁਤ ਸਮਿਆਂ ਦੇ ਵਿੱਚੋਂ ਲੰਘਣ ਦੀ ਜ਼ਰੂਰਤ ਹੈ। ਅਗਰ ਧਰਤੀ ਦੇ ਉੱਪਰ ਰਹਿੰਦੇ ਆ, ਤੁਸੀਂ ਇਸ ਗੱਲ ਨੂੰ ਸਮਝ ਆਓ। ਹਰ ਇੱਕ ਸਿਚੁਏਸ਼ਨ ਦਾ ਆਨੰਦ ਮਾਣਨ ਦੀ ਕੋਸ਼ਿਸ਼ ਕਰਿਆ ਕਰੋ। ਅਗਰ ਤੁਸੀਂ ਪਵਿੱਤਰ ਆਤਮਾ ਪਾਏ ਹੋਏ ਆ, ਅਗਰ ਪਵਿੱਤਰ ਆਤਮਾ ਦੀ ਭਰਪੂਰੀ ਹਾਸਲ ਕੀਤੇ ਹੋਏ ਲੋਕ ਆ, ਤੇ ਮੈਂ ਕਹਿੰਦਾ ਵੀ ਤੁਸੀਂ ਹਰ ਸਿਚੁਏਸ਼ਨ ਨੂੰ ਬਹੁਤ ਅੱਛੀ ਰੀਤੀ ਦੇ ਨਾਲ ਹੈਂਡਲ ਕਰਨ ਵਾਲੇ ਆ, ਬਹੁਤ ਅੱਛੀ ਰੀਤੀ ਦੇ ਨਾਲ। ਅਗਰ ਤੁਸੀਂ ਹੈਂਡਲ ਨਹੀਂ ਕਰ ਪਾ ਰਹੇ ਆ, ਇਹਦਾ ਮਤਲਬ ਜੋ
ਪਰਮੇਸ਼ਰ ਛਾਂਟ ਰਿਹਾ ਨਾ, ਤੁਸੀਂ ਉਹਦੇ ਸਿਚੁਏਸ਼ਨ ਦੇ ਵਿੱਚ ਜਾਂ ਉਸ ਸਮੇਂ ਦੀ ਕਦਰ ਨਹੀਂ ਕਰਨ ਵਾਲੇ ਆ। ਤੁਸੀਂ ਬੁੜਬੁੜਾਹਟ ਕਰਨ ਵਾਲੇ, ਤੁਸੀਂ ਬੋਲਣ ਵਾਲੇ ਆ। ਔਰ ਬੋਲਣ ਵਾਲਾ ਬੰਦਾ ਜਿਹੜਾ ਆ ਪਰਮੇਸ਼ਰ ਨੂੰ ਪ੍ਰਸੰਨ ਨਹੀਂ ਕਰ ਸਕਦਾ ਕਿ ਕੀ ਮਿਲਿਆ ਮੈਨੂੰ ਚਰਚ ਜਾ ਕੇ, ਕੀ ਮਿਲਿਆ ਮੈਨੂੰ ਇੰਨੇ ਸਾਲ ਇੰਨੇ ਮਹੀਨੇ ਹੋ ਗਏ ਆ ਪ੍ਰਭੂ ਦੇ ਵਿੱਚ ਹੋ ਕੇ। ਮੈਂ ਕਿਹਾ ਜੋ ਤੁਹਾਨੂੰ ਮਿਲਣ ਵਾਲਾ ਉਹ ਕਿਸੇ ਨੂੰ ਨਹੀਂ ਮਿਲ ਸਕਦਾ। ਬੋਲੋ ਹਾਲੇਲੂਇਆ। ਇਸ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰੋ। ਉਹ ਛਾਂਗ ਰਿਹਾ ਆ ਤੁਹਾਨੂੰ। ਅਗਰ ਤੁਸੀਂ ਬੈਡ ਸਿਚੁਏਸ਼ਨ ਦੇ ਵਿੱਚੋਂ ਲੰਘ ਰਹੇ ਆ, ਸਫਰ ਕਰ ਰਹੇ ਆ, ਤੁਸੀਂ ਪ੍ਰੋਬਲਮ ਕੋਈ ਨਹੀਂ ਆ, ਤੁਸੀਂ ਬਸ ਆਰਾਮ ਦੇ ਨਾਲ ਬਣੇ ਰਹੋ। ਬਸ ਉਹ ਅੱਛਾ ਖਾਣ ਨੂੰ ਦੇ ਰਿਹਾ ਹੈ, ਪਾਣ ਨੂੰ ਦੇ ਰਿਹਾ, ਰਹਿਣ ਨੂੰ ਦੇ ਰਿਹਾ। ਜਿਸ ਸਿਚੁਏਸ਼ਨ ਚੋਂ ਕੱਢ ਰਿਹਾ ਨਾ, ਨਿਕਲਣ ਦਿਓ, ਕੋਈ ਦਿੱਕਤ ਨਹੀਂ ਹੈ। ਪ੍ਰਭੂ ਦਾ ਧੰਨਵਾਦ ਕਰਦੇ ਰਹੋ। ਕਹਿੰਦਾ ਹਰ ਹਾਲ ਦੇ ਵਿੱਚ ਉਹਦਾ ਧੰਨਵਾਦ ਕਰੋ, ਹਰ ਮੂਵਮੈਂਟ ਦੇ ਵਿੱਚ ਉਹਦਾ ਧੰਨਵਾਦ ਕਰੋ। ਔਰ ਅੱਗੇ ਕੀ ਲਿਖਿਆ ਮੈਂ ਤੁਹਾਨੂੰ ਫਿਰ ਦੱਸਦਾ। ਬਲੈਸਿੰਗਸ ਤੁਹਾਡੀ ਸ਼ੋਰੂਮ, ਕਾਰ ਦਾ ਸ਼ੋਰੂਮ ਉਹਦੇ ਵਿੱਚ ਪਈ ਹੋਈ, ਤੁਹਾਡੇ ਨਾਮ ਤੇ ਕਾਰ, ਜ਼ਮੀਨ ਦੇ ਉੱਪਰ ਤੁਹਾਡਾ ਘਰ ਪਿਆ ਹੋਇਆ ਆ। ਬਸ ਉਹਨੂੰ ਆਪਣੇ ਨਾਮ ਤੇ ਕਰਾਉਣ ਦੇ ਲਈ ਸਾਨੂੰ ਕੀ ਕਰਨਾ ਪੈਣਾ? ਇਹ ਜਿਹੜਾ ਛਾਂਗਣ ਦਾ ਪ੍ਰੋਸੈਸ ਆ ਖੁਦਾਵੰਦ ਦਾ, ਇਹਦੇ ਵਿੱਚ ਬੜੀ ਅਧੀਨਗੀ ਦੇ ਨਾਲ ਬਣੇ ਰਹਿਣ ਦੀ ਜ਼ਰੂਰਤ ਆ। ਉਸ ਭੇਡ ਦੀ ਤਰ੍ਹਾਂ ਜੋ ਰੂਹ ਕਤਰਨ ਦੇ ਟਾਈਮ ਦੇ ਉੱਤੇ ਆਰਾਮ ਦੇ ਨਾਲ ਖੜੀ ਰਹਿੰਦੀ ਹੈ। ਹਾਲੇਲੂਇਆ। ਉਮੀਦ ਕਰਦਾ ਤੁਸੀਂ ਸਮਝ ਪਾਏ ਆ। ਔਰ ਅੱਗੇ ਲਿਖਿਆ, ਸੁਣਨਾ ਬੜੇ ਧਿਆਨ ਦੇ ਨਾਲ। ਲਿਖਿਆ ਕਹਿੰਦਾ ਤੁਸੀਂ ਮੇਰੇ ਵਿੱਚ ਰਹੋ ਤੇ ਮੈਂ ਤੁਹਾਡੇ ਵਿੱਚ। ਜਿਸ ਪ੍ਰਕਾਰ ਟਹਿਣੀ ਜੇ ਉਹ ਅੰਗੂਰ ਦੀ ਬੇਲ ਦੇ ਵਿੱਚ ਨਾ ਰਹੇ ਆਪਣੇ ਆਪ ਫਲ ਨਹੀਂ ਦੇ ਸਕਦੀ, ਇਸੇ ਪ੍ਰਕਾਰ ਤੁਸੀਂ ਵੀ ਜੇ ਮੇਰੇ ਵਿੱਚ ਨਾ ਰਹੋ ਫਲ ਨਹੀਂ ਦੇ ਸਕਦੇ। ਜੇ ਡਾਲੀ ਅਗਰ ਵੇਲ ਦੇ ਨਾਲ ਨਹੀਂ ਹੈ ਤਾਂ ਆਪਣੇ ਆਪ ਫਲ ਨਹੀਂ ਦੇ ਸਕਦੀ। ਆਪਣੇ ਆਪ ਉਹ ਸੁੱਕ ਸਕਦੀ ਹੈ, ਆਪਣੇ ਆਪ ਉਹ ਬੰਦਾ ਗਰੀਬ ਹੋ ਸਕਦਾ, ਆਪਣੇ ਆਪ ਉਹ ਕਰਜ਼ੇ ਦੇ ਵਿੱਚ ਆ ਸਕਦਾ, ਆਪਣੇ ਆਪ ਉਹ ਦੁੱਖਾਂ 'ਚ ਬਿਮਾਰੀਆਂ 'ਚ ਘਿਰਿਆ ਜਾਏਗਾ, ਈਵਨ ਉਹ ਮੌਤ ਤੱਕ ਚਲਾ ਜਾਏਗਾ, ਡੈਡ ਹੋ ਜਾਏਗਾ, ਦਫਨਾਇਆ ਜਾਏਗਾ ਔਰ ਨਰਕ ਦੇ ਵਿੱਚ ਜਾਏਗਾ। ਜਿਹੜਾ ਪ੍ਰਾਣੀ ਬਾਈਬਲ ਤੋਂ ਦੂਰ ਆ, ਜਿਹੜਾ ਪ੍ਰਾਣੀ ਵੇਲ ਤੋਂ ਅਲੱਗ ਆ, ਜਿਹੜਾ ਪ੍ਰਾਣੀ ਸਿਚੁਏਸ਼ਨ ਦਾ ਸਾਹਮਣਾ ਕਰਨਾ ਨਹੀਂ ਜਾਣਦਾ। ਹਾਲੇਲੂਇਆ। ਜੇ ਤੁਸੀਂ ਸਿਚੁਏਸ਼ਨ ਦਾ ਸਾਹਮਣਾ ਕਰਨਾ ਨਹੀਂ ਜਾਣਦੇ ਤਾਂ ਤੁਸੀਂ ਕਦੀ ਸਕਸੈਸਫੁਲ ਪਰਸਨ ਨਹੀਂ ਬਣ ਸਕਦੇ। ਜਿਸ ਦਿਨ ਤੁਹਾਨੂੰ ਸਿਚੁਏਸ਼ਨ ਦਾ ਸਾਹਮਣਾ ਕਰਨਾ ਆ ਗਿਆ ਕਿ ਇਸ ਸਿਚੁਏਸ਼ਨ ਨੂੰ ਕਿੱਦਾਂ ਹੈਂਡਲ ਕਰਨਾ, ਇਸ ਸਿਚੁਏਸ਼ਨ ਨੂੰ ਕਿੱਦਾਂ ਹੈਂਡਲ ਕਰਨਾ, ਮੈਂ ਕਿਹਾ ਤੁਹਾਨੂੰ ਗਿਰਾਉਣ ਵਾਲਾ ਧਰਤੀ ਦੇ ਉੱਤੇ ਜਨਮ ਹੀ ਨਹੀਂ ਲਿਆ ਉਹਨੇ। ਜੇ ਤੁਹਾਨੂੰ ਕੋਈ ਗਿਰਾ ਦੇਵੇ, ਤੁਹਾਨੂੰ ਕੋਈ ਕਮਜ਼ੋਰ ਕਰ ਦੇਵੇ, ਤੁਹਾਨੂੰ ਕੋਈ ਸ਼ਰਮਿੰਦਾ ਕਰ ਦੇਵੇ, ਉਹਨੇ ਜਨਮ ਹੀ ਨਹੀਂ ਲਿਆ ਧਰਤੀ ਦੇ ਉੱਤੇ ਹਲੇ ਤੱਕ। ਏਦਾਂ ਦੀ ਕੋਈ ਵਸਤੂ ਬਣੀ ਨਹੀਂ, ਏਦਾਂ ਦੀ ਕੋਈ ਇਨਸਾਨ ਨਹੀਂ ਬਣਿਆ, ਏਦਾਂ ਦਾ ਕੋਈ ਦੂਤ ਸ਼ੈਤਾਨ ਦਾ ਨਹੀਂ ਆ ਜਿਹੜਾ ਕਿ ਤੁਹਾਨੂੰ ਗਿਰਾ ਦੇਵੇ, ਅਗਰ ਤੁਸੀਂ ਸਿਚੁਏਸ਼ਨਸ ਨੂੰ ਹੈਂਡਲ ਕਰਨ ਵਾਲੇ ਬਣ ਗਏ ਤਾਂ। ਹਾਲੇਲੂਇਆ। ਗੁੱਸੇ ਦੇ ਵਿੱਚ ਡਿਸੀਜਨ ਲੈਣਾ, ਉਹਦਾ ਰਿਜ਼ਲਟ ਪਛਤਾਵਾ ਆ। ਅਗਰ ਤੁਸੀਂ ਗੁੱਸੇ ਦੇ ਵਿੱਚ ਆਪਣੇ ਆਪ ਨੂੰ ਕੰਟਰੋਲ ਕਰਨਾ ਸਿੱਖ ਗਏ ਆ ਤੇ ਜ਼ਿੰਦਗੀ 'ਚ ਕਾਮਯਾਬ ਹੁੰਦੇ ਚਾਹੋਗੇ। ਬੋਲੋ ਆਮੀਨ। ਹਾਲੇਲੂਇਆ। ਫਿਰ ਲਾਸ ਨਹੀਂ ਹੋਏਗਾ ਤੁਹਾਡਾ। ਬਹੁਤ ਸਾਰੇ ਲੋਕ ਆ ਜਿਹੜੇ ਗੁੱਸੇ ਦੇ ਵਿੱਚ ਡਿਸੀਜਨ ਲੈ ਲੈਂਦੇ ਆ ਔਰ ਬਾਅਦ ਵਿੱਚ ਉਹਨਾਂ ਨੂੰ ਪਛਤਾਉਣਾ ਪੈਂਦਾ। ਮੈਂ ਦੇਖੇ ਇਦਾਂ ਦੇ ਲੋਕ। ਔਰ ਮੈਂ ਇਸ ਗੱਲ ਨੂੰ ਜਾਣਦਾ ਕਿ ਗੁੱਸੇ ਦੇ ਵਿੱਚ ਸ਼ਾਂਤ ਰਹਿਣ ਦੀ ਜ਼ਰੂਰਤ ਹੈ, ਨਾ ਕਿ ਹਾਈਪਰ ਹੋਣ ਦੀ, ਨਾ ਕਿ ਹੋਰ ਜ਼ਿਆਦਾ ਗੁੱਸਾ ਕਰਨ ਦੀ। ਕਹਿੰਦਾ ਜਿੱਦਾਂ ਟਾਹਣੀ ਵੇਲ ਤੋਂ ਅਲੱਗ ਹੋ ਕੇ ਕੁਝ ਨਹੀਂ ਕਰ ਸਕਦੀ, ਇਸੇ ਪ੍ਰਕਾਰ ਕਹਿੰਦੇ ਤੁਸੀਂ ਵੀ ਕੁਝ ਨਹੀਂ ਕਰ ਸਕਦੇ ਮੇਰੇ ਤੋਂ ਦੂਰ ਹੋ ਕੇ, ਬਾਈਬਲ ਤੋਂ ਦੂਰ ਹੋ ਕੇ, ਪ੍ਰਾਰਥਨਾ ਤੋਂ ਦੂਰ ਹੋ ਕੇ। ਕਹਿੰਦਾ ਤੁਸੀਂ ਕੁਝ ਵੀ ਨਹੀਂ ਕਰ ਸਕਦੇ। ਅਗਰ ਕੁਝ ਕਰਨਾ ਚਾਹੁੰਦੇ, ਕੁਝ ਬਣਨਾ ਚਾਹੁੰਦੇ, ਜੋ ਸ਼ੋਰੂਮ 'ਚ ਕਾਰ ਖੜੀ ਆਪਣੇ ਨਾਮ ਕਰਵਾਉਣਾ ਚਾਹੁੰਦੇ, ਜੋ ਮਕਾਨ ਬਣੇ ਹੋਏ ਆ ਆਪਣੇ ਨਾਮ ਤੇ ਰਜਿਸਟਰੀ ਕਰਾਉਣਾ ਚਾਹੁੰਦੇ ਆ, ਤੇ ਤੁਹਾਨੂੰ ਵੇਲ ਦੇ ਨਾਲ ਲੱਗੇ ਰਹਿਣਾ ਪੈਣਾ ਆ। ਜੋ ਛਾਂਗਣ ਦਾ ਪ੍ਰੋਸੈਸ ਆ ਉਹਦੇ ਵਿੱਚੋਂ ਬੜੇ ਆਰਾਮ ਦੇ ਨਾਲ ਨਿਕਲਣਾ ਪੈਣਾ ਆ। ਛਾਂਗਣ ਦਾ ਪ੍ਰੋਸੈਸ ਆ, ਖੁਦਾ ਤੁਹਾਨੂੰ ਕਰਜ਼ੇ ਤੋਂ ਵੀ ਲੰਘਾ ਸਕਦਾ, ਖੁਦਾ ਤੁਹਾਨੂੰ ਬਿਮਾਰੀ ਚੋਂ ਵੀ ਲੰਘਾ ਸਕਦਾ, ਖੁਦਾ ਤੁਹਾਨੂੰ ਦਰਦ ਦੇ ਵਿੱਚੋਂ ਵੀ ਲੰਘਾ ਸਕਦਾ, ਖੁਦਾ ਤੁਹਾਨੂੰ ਧੋਖੇ ਚੋਂ ਵੀ ਲੰਘਾ ਸਕਦਾ ਆ, ਖੁਦਾ ਤੁਹਾਨੂੰ ਪਰੇਸ਼ਾਨੀ ਚੋਂ ਵੀ ਲੰਘਾ ਸਕਦਾ ਆ, ਤੰਗੀ ਚੋਂ ਵੀ ਲੰਘਾ ਸਕਦਾ ਆ। ਇਹ ਛਾਂਗਣ ਦਾ ਪ੍ਰੋਸੈਸ ਆ ਖੁਦਾ ਦਾ, ਕਿਉਂਕਿ ਬਿਨਾਂ ਪਰਖੇ ਕੁਝ ਨਹੀਂ ਮਿਲਣਾ। ਅਸੀਂ ਵੀ ਅਗਰ ਕਿਸੇ ਨੂੰ ਪਰਖਦੇ ਤਾਂ ਹੀ ਉਹਦੇ ਤੇ ਵਿਸ਼ਵਾਸ ਕਰਦੇ ਹਾਂ। ਹਾਲੇਲੂਇਆ। ਕਹਿੰਦੇ ਜਿੱਦਾਂ ਡਾਲੀ ਵੇਲ ਤੋਂ ਅਲੱਗ ਹੋ ਕੇ ਕੁਝ ਨਹੀਂ ਕਰ ਸਕਦੀ, ਤੁਸੀਂ ਵੀ ਨਹੀਂ ਕਰ ਸਕਦੇ, ਫਲਵੰਤ ਨਹੀਂ ਹੋ ਸਕਦੇ। ਅੱਜ ਹਰ ਕੋਈ ਫਲਵੰਤ ਹੋਣਾ ਚਾਹੁੰਦਾ ਪਰ ਆਪਣੇ ਮਨ ਦੀ ਇੱਛਾ ਨਹੀਂ ਛੱਡਣਾ ਚਾਹੁੰਦਾ। ਮੈਂ ਬਾਈਬਲ ਪੜ੍ਹਦਾ ਸੀਗਾ, ਕਲਾਮ ਸੁਣਾ ਰਿਹਾ ਸੀਗਾ ਘੰਟਾ ਡੇਢ ਘੰਟਾ ਪਹਿਲਾਂ, ਔਰ ਉੱਥੇ ਜ਼ਿਕਰ ਆਉਂਦਾ ਹੈ ਕਿ ਧਨੀ ਬੰਦੇ ਦਾ ਜਿਹਨੇ ਭੋਗ ਵਿਲਾਸ ਕੀਤੇ, ਆਪਣੀ ਇੱਛਾ ਦੇ ਅਨੁਸਾਰ ਖਾਦਾ ਪੀਤਾ, ਮਹਿੰਗਾ ਕੱਪੜਾ ਪਾਇਆ, ਆਪਣੀ ਇੱਛਾ ਪੂਰੀ ਕੀਤੀ, ਪਰ ਖੁਦਾ ਤੋਂ ਬਾਹਰ ਹੋ ਕੇ, ਵੇਲ ਤੋਂ ਦੂਰ ਹੋ ਕੇ, ਵੇਲ ਤੋਂ ਅਲੱਗ ਹੋ ਕੇ ਨਰਕ ਦੇ ਵਿੱਚ ਗਿਆ। ਹਾਲੇਲੂਇਆ।
ਨਰਕ ਦੇ ਵਿੱਚ ਗਿਆ ਉਹ, ਉੱਥੇ ਕਲਪਦਾ, ਉੱਥੇ ਰੋਂਦਾ ਆ ਕਿ ਮੈਨੂੰ ਮੌਕਾ ਦੇ ਦਿੱਤਾ ਜਾਵੇ ਕਿ ਮੈਂ ਤੌਬਾ ਕਰ ਲਵਾਂ, ਬਚਾਇਆ ਜਾਵਾਂ, ਪਰ ਮੌਕਾ ਦੁਬਾਰਾ ਨਹੀਂ, ਸੈਕਿੰਡ ਟਾਈਮ ਨਹੀਂ, ਫਸਟ ਟਾਈਮ ਹੀ ਆ ਤੁਹਾਡੇ ਲਈ। ਹਾਲੇਲੂਇਆ। ਇਹ ਜੀਵਨ ਜਿਹੜਾ ਇੱਕ ਵਾਰ ਮਿਲ ਗਿਆ, ਬਸ ਮਿਲ ਗਿਆ, ਦੁਬਾਰਾ ਨਹੀਂ ਮਿਲਣਾ। ਇਸ ਤੋਂ ਬਾਅਦ ਸਾਡਾ ਨਿਆਂ ਹੋਣਾ ਆ, ਅਸੀਂ ਸਦੀਪਕ ਨਰਕ ਦੇ ਵਿੱਚ ਜਾਣਾ ਜਾਂ ਸਦੀਪਕ ਸਵਰਗ ਦੇ ਵਿੱਚ ਜਾਣਾ ਆ। ਜੋ ਬਲੇਸਿੰਗਸ ਤੁਹਾਡੀਆਂ ਤੁਹਾਨੂੰ ਹੀ ਮਿਲਣੀਆਂ ਆ, ਪਰ ਉਹ ਕਿੱਦਾਂ ਮਿਲਣੀਆਂ ਅੱਜ ਮੈਂ ਤੁਹਾਨੂੰ ਦੱਸਦਾ। ਤੁਹਾਨੂੰ ਵੇਲ ਦੇ ਨਾਲ ਲੱਗੇ ਰਹਿਣਾ ਪੈਣਾ ਆ। ਤੁਹਾਨੂੰ ਛਾਂਗਣ ਵਾਲੀ ਜਿਹੜਾ ਪ੍ਰੋਸੈਸ ਆ ਖੁਦਾਵੰਦ ਦਾ, ਉਹਦੇ ਵਿੱਚੋਂ ਤੁਹਾਨੂੰ ਲੰਘਣਾ ਹੀ ਪੈਣਾ। ਬਿਨਾਂ ਲੰਘੇ ਉਹ ਕਾਰ ਤੁਹਾਡੇ ਨਾਮ ਨਹੀਂ ਹੋ ਸਕਦੀ, ਉਹ ਘਰ ਤੁਹਾਡੇ ਨਾਮ ਨਹੀਂ ਹੋ ਸਕਦਾ, ਉਹ ਬੈਂਕ ਬੈਲੈਂਸ ਤੁਹਾਡੇ ਨਾਮ ਨਹੀਂ ਹੋ ਸਕਦਾ। ਅਗਰ ਤੁਸੀਂ ਛਾਂਗਣ ਵਾਲੇ ਪ੍ਰੋਸੈਸ ਦੇ ਵਿੱਚੋਂ ਨਹੀਂ ਲੰਘ ਪਾ ਰਹੇ ਜਾਂ ਨਹੀਂ ਲੰਘਣਾ ਚਾਹੁੰਦੇ, ਤੁਹਾਨੂੰ ਲੰਘਣਾ ਹੀ ਪੈਣਾ ਆ। ਉਸ ਦੌਰਾਨ ਖੁਦਾ ਨੇ ਤੁਹਾਨੂੰ ਸਟਰੋਂਗ ਬਣਾਉਣਾ, ਮਜ਼ਬੂਤ ਬਣਾਉਣਾ ਆ, ਔਰ ਹਰ ਇੱਕ ਸਿਚੁਏਸ਼ਨਸ ਨੂੰ ਹੈਂਡਲ ਕਰਨ ਵਾਲੇ ਬਣਾਉਣਾ ਆ। ਬੋਲੋ ਹਾਲੇਲੂਇਆ। ਖੁਦਾਵੰਦ ਤੁਹਾਨੂੰ ਬਹੁਤ ਆਸ਼ੀਸ਼ ਔਰ ਬਰਕਤ ਦੇਵੇ ਅਗਰ ਤੁਸੀਂ ਸਮਝ ਪਾ ਰਹੇ ਅੱਜ ਦੇ ਵਚਨ ਨੂੰ। ਨੈਕਸਟ ਮੈਂ ਇਹਨੂੰ ਕੰਟੀਨਿਊ ਕਰਦਾ ਆ। ਅੱਗੇ ਲਿਖਿਆ, ਕਹਿੰਦੇ ਅੰਗੂਰ ਦੀ ਬੇਲ ਮੈਂ ਆ, ਤੁਸੀਂ ਟਹਿਣੀਆਂ ਹੋ। ਜੋ ਮੇਰੇ ਵਿੱਚ ਰਹਿੰਦਾ ਆ ਤੇ ਮੈਂ ਉਸ ਵਿੱਚ, ਸੋਈ ਬਹੁਤਾ ਫਲ ਦਿੰਦਾ, ਹੋਰ ਕੋਈ ਨਹੀਂ ਦੇ ਸਕਦਾ। ਕਹਿੰਦਾ ਜੋ ਮੇਰੇ ਵਿੱਚ ਰਹਿੰਦਾ, ਮੈਂ ਉਹਦੇ ਵਿੱਚ ਰਹਿੰਦਾ, ਸੋਈ ਕਹਿੰਦਾ ਬਹੁਤਾ ਫਲ ਦਿੰਦਾ ਆ, ਹੋਰ ਅਦਰਵਾਈਜ਼ ਹੋਰ ਕੋਈ ਨਹੀਂ ਦੇ ਸਕਦਾ। ਜਿੰਨਾ ਮਰਜ਼ੀ ਉਹ ਕੋਸ਼ਿਸ਼ ਕਰ ਲਵੇ, ਥੋੜੇ ਸਮੇਂ ਦੇ ਲਈ ਉਹ ਚੱਲ ਸਕਦਾ, ਪਰ ਲੌਂਗ ਟਾਈਮ ਨਹੀਂ। ਲੰਬੀ ਰੇਸ ਵਾਲਾ ਘੋੜਾ ਨਹੀਂ ਬਣ ਸਕਦਾ। ਲੰਬਾ ਸਮਾਂ ਉਹ ਪਵਿੱਤਰ ਆਤਮਾ ਦੀ ਅਗਵਾਈ 'ਚ ਨਹੀਂ ਚੱਲ ਸਕਦਾ। ਲੰਬਾ ਸਮਾਂ ਉਹ ਪ੍ਰਾਰਥਨਾ ਨੂੰ ਵਧਾ ਨਹੀਂ ਸਕਦਾ, ਪ੍ਰਾਰਥਨਾ 'ਚ ਬਣਿਆ ਨਹੀਂ ਰਹਿ ਸਕਦਾ, ਜਿਹੜਾ ਪੁਰਾਣੀ ਖੁਦਾਵੰਦ ਦੇ ਨਾਲ ਨਹੀਂ ਬਣਿਆ ਰਹਿੰਦਾ। ਕਹਿੰਦਾ ਤੁਸੀਂ ਮੇਰੇ ਵਿੱਚ ਔਰ ਮੈਂ ਤੁਹਾਡੇ ਵਿੱਚ ਰਹਿੰਦਾ ਆ, ਤਾਂ ਹੀ ਕਹਿੰਦਾ ਤੁਸੀਂ ਬਹੁਤਾ ਫਲ ਦੇ ਸਕਦੇ ਆ। ਕਿਉਂ? ਜੋ ਕਹਿੰਦਾ ਤੁਸੀਂ ਮੇਰੇ ਤੋਂ ਵੱਖਰੇ ਹੋ ਕੇ ਤੁਸੀਂ ਕੁਝ ਵੀ ਨਹੀਂ ਕਰ ਸਕਦੇ। ਨਥਿੰਗ, ਕੁਝ ਵੀ ਨਹੀਂ ਕਰ ਸਕਦੇ। ਕਹਿੰਦਾ ਤੁਸੀਂ ਕਹਿੰਦਾ ਮੇਰੇ ਵਿੱਚ ਰਹਿੰਦੇ, ਮੈਂ ਤੁਹਾਡੇ ਵਿੱਚ ਰਹਿੰਦਾ, ਤਾਂ ਹੀ ਤੁਸੀਂ ਬਹੁਤਾ ਫਲ ਦੇ ਸਕਦੇ। ਮੇਰੇ ਤੋਂ ਵੱਖਰੇ ਹੋ ਕੇ ਕਹਿੰਦਾ ਤੁਸੀਂ ਕੁਝ ਨਹੀਂ ਕਰ ਸਕਦੇ। ਬਾਈਬਲ ਤੋਂ ਵੱਖਰੇ ਹੋ ਕੇ ਕੁਝ ਨਹੀਂ ਕਰ ਸਕਦੇ। ਪ੍ਰਾਰਥਨਾ ਤੋਂ ਵੱਖਰੇ ਹੋ ਕੇ ਤੁਸੀਂ ਕੁਝ ਨਹੀਂ ਕਰ ਸਕਦੇ। ਚਰਚ ਤੋਂ ਵੱਖਰੇ ਹੋ ਕੇ ਤੁਸੀਂ ਕੁਝ ਨਹੀਂ ਕਰ ਸਕਦੇ। ਹਾਲੇਲੂਇਆ। ਔਰ ਅੱਗੇ ਲਿਖਿਆ, ਕਹਿੰਦਾ ਜੇ ਕੋਈ ਮੇਰੇ ਵਿੱਚ ਨਾ ਰਹੇ ਤਾਂ ਉਹ ਟਾਹਣੀ ਦੀ ਨਿਆਈ ਬਾਹਰ ਸੁੱਟਿਆ ਜਾਂਦਾ ਤੇ ਸੁੱਕ ਜਾਂਦਾ, ਅਤੇ ਲੋਕ ਉਹਨੂੰ ਇਕੱਠਿਆਂ ਕਰਕੇ ਅੱਗ ਦੇ ਵਿੱਚ ਝੋਂਕਦੇ ਆ ਤੇ ਉਹ ਸਾੜੀਆਂ ਜਾਂਦੀਆਂ ਹਨ। ਉਹ ਡਾਣੀਆਂ, ਉਹ ਲੋਕ ਸਾੜੇ ਜਾਂਦੇ ਆ ਨਰਕ ਦੇ ਵਿੱਚ। ਫਿਰ ਜਿਹੜੇ ਮੇਰੇ ਵਿੱਚ ਨਹੀਂ ਰਹਿੰਦੇ, ਜਿਹੜੇ ਸਿਚੁਏਸ਼ਨਸ ਨੂੰ ਹੈਂਡਲ ਕਰਨਾ ਨਹੀਂ ਜਾਣਦੇ, ਜਿਹੜੇ ਬਾਈਬਲ ਨਹੀਂ ਪੜ੍ਹਦੇ, ਪ੍ਰਾਰਥਨਾ ਨਹੀਂ ਕਰਦੇ, ਚਰਚ ਨਹੀਂ ਆਉਂਦੇ, ਉਹ ਲੋਕ ਕਹਿੰਦੇ ਫਿਰ ਸਾੜੇ ਜਾਂਦੇ ਆ। ਲਿਖਿਆ, ਕਹਿੰਦੇ ਜੇ ਤੁਸੀਂ ਮੇਰੇ ਵਿੱਚ ਰਹੋ ਤੇ ਮੇਰੀਆਂ ਗੱਲਾਂ ਤੁਹਾਡੇ ਵਿੱਚ ਰਹਿਣ ਤੇ ਜੋ ਚਾਹੋ ਮੰਗੋ ਉਹ ਤੁਹਾਡੇ ਲਈ ਹੋ ਜਾਵੇਗਾ। ਹਾਲੇਲੂਇਆ। ਜੋ ਚਾਹੋ ਮੰਗੋ। ਕੁਝ ਨਹੀਂ ਲਿਖਿਆ, ਕੁਝ ਨਹੀਂ ਲਿਖਿਆ, ਇੱਕ ਅੱਧੀ ਵਸਤੂ ਨਹੀਂ ਲਿਖਿਆ। ਕਹਿੰਦਾ ਤੁਸੀਂ ਮੇਰੇ ਵਿੱਚ ਰਹੋ ਤੇ ਮੇਰੀਆਂ ਗੱਲਾਂ ਤੁਹਾਡੇ ਵਿੱਚ ਰਹਿਣ ਤੇ ਜੋ ਚਾਹੋ ਮੰਗੋ, ਸੋ ਕਹਿੰਦੇ ਤੁਹਾਡੇ ਲਈ ਹੋ ਜਾਏਗਾ। ਬੋਲੋ ਆਮੀਨ। ਹਾਲੇਲੂਇਆ। ਬਸ ਉਹ ਛਾਂਗਣ ਵਾਲੇ ਪ੍ਰੋਸੈਸ ਦੇ ਵਿੱਚ ਸਾਨੂੰ ਇੱਕ ਭੇਡ ਦੀ ਨਿਆਈ ਬਣੇ ਰਹਿਣ ਦੀ ਜ਼ਰੂਰਤ ਆ, ਨਾ ਕਿ ਬੁੜਬੁੜਾਹਟ ਕਰਨ ਦੀ। ਕਨਾਨ ਦੇਸ਼ ਦੇ ਵਿੱਚ ਖੁਦਾਵੰਦ ਨੇ ਕਿਹੜੇ ਲੋਕ ਕਿੱਦਾਂ ਦੇ ਲੈ ਕੇ ਜਾਣੇ ਸੀਗੇ? ਉਹ ਲੋਕਾਂ ਦਾ ਜਿਹੜਾ ਮਿਸਰ ਤੋਂ ਕਨਾਨ ਦੇਸ਼ ਦਾ ਸਫ਼ਰ ਸੀਗਾ ਨਾ, ਉਹ ਇੱਕ ਛਾਂਗਣ ਦੀ ਨਿਆਈ ਸੀਗਾ। ਖੁਦਾ ਪਿਆਸ ਵਾਲੀ ਜਗ੍ਹਾ ਤੇ ਲੈ ਕੇ ਗਿਆ, ਭੁੱਖ ਵਾਲੀ ਜਗ੍ਹਾ ਤੇ ਵੀ ਲੈ ਕੇ ਗਿਆ, ਹਰ ਇੱਕ ਸਿਚੁਏਸ਼ਨ ਦੇ ਵਿੱਚ ਉਹਨਾਂ ਨੂੰ ਕੱਢਿਆ। ਔਰ ਜਿਹੜੇ ਭੇਡ ਦੀ ਨਿਆਈ ਚੁੱਪ ਕੀਤੇ, ਖੁਦਾਵੰਦ ਦੇ ਕੋਲੋਂ ਆਸ ਦੀ ਉਡੀਕ ਕਰ ਰਹੇ ਸੀਗੇ, ਉਹੀ ਲੋਕ ਕਨਾਨ ਦੇਸ਼ ਦੇ ਵਿੱਚ ਗਏ। ਔਰ ਖੁਦਾ ਏਦਾਂ ਦੇ ਲੋਕਾਂ ਨੂੰ ਪਸੰਦ ਕਰਦਾ, ਜਿਹੜੇ ਸਿਚੁਏਸ਼ਨ ਨੂੰ ਹੈਂਡਲ ਕਰਨਾ ਜਾਣਦੇ। ਬੋਲੋ ਹਾਲੇਲੂਇਆ। ਉਮੀਦ ਕਰਦਾ ਤੁਸੀਂ ਸਮਝ ਪਾ ਰਹੇ। ਪਰ ਜੇ ਇਹਨਾਂ ਨੇ ਰਸਤੇ ਦੇ ਵਿੱਚ ਬੁੜਬੁੜਾਹਟ ਕੀਤੀ, ਛਾਂਗਣ ਦੇ ਟਾਈਮ ਦੇ ਉੱਪਰ, ਛਾਂਗਣ ਦੇ ਪ੍ਰੋਸੈਸ ਦੇ ਵਿੱਚ ਆਪਣੇ ਆਪ ਨੂੰ ਅਲੱਗ ਕਰਨ ਦੀ ਕੋਸ਼ਿਸ਼ ਕੀਤੀ, ਵੀ ਦੁੱਖ ਨਾ ਮਿਲੇ, ਬਸ ਸੌਖੀ ਮਿਲ ਜਾਵੇ, ਬਸ ਬਰਕਤਾਂ ਹੀ ਮਿਲੀਆਂ ਜਾਣ, ਬਰਕਤਾਂ ਹੀ ਮਿਲੀਆਂ ਜਾਣ। ਹੁਣ ਅਸੀਂ ਚਰਚ ਆਉਣਾ ਸ਼ੁਰੂ ਹੋ ਗਏ ਆ, ਦੇ ਬਰਕਤਾਂ ਤੇ ਬਰਕਤਾਂ, ਦੇ ਬਰਕਤਾਂ ਤੇ ਬਰਕਤਾਂ, ਦੁੱਖ ਨਾ ਆਵੇ, ਬਸ ਆਸ਼ੀਸ਼ਾਂ ਹੀ ਮਿਲੀਆਂ ਜਾਣ, ਬਰਕਤਾਂ ਹੀ ਮਿਲੀਆਂ ਜਾਣ, ਮੀਂਹ ਆਵੇ ਸਾਡੇ ਘਰ ਪੈਸੇ ਦਾ, ਹੈ ਕਾਰ ਆਪਣੇ ਆਪ ਆ ਜਾਵੇ ਘਰੇ, ਮਕਾਨ ਆਪਣੇ ਆਪ ਸਾਡੇ ਨਾ ਹੋ ਜਾਵੇ। ਏਦਾਂ ਕੁਝ ਵੀ ਨਹੀਂ ਹੋਣਾ। ਜੇ ਏਦਾਂ ਤੁਹਾਨੂੰ ਲੱਗਦਾ ਤੇ ਤੁਸੀਂ ਝੂਠੇ ਆ। ਜੇ ਤੁਹਾਡੇ ਮਨ ਦੇ ਵਿੱਚ ਏਦਾਂ ਆਉਂਦਾ ਤੇ ਸ਼ੈਤਾਨ ਤੁਹਾਨੂੰ ਗੁੰਮਰਾਹ ਕਰ ਰਿਹਾ ਹੈ। ਬਿਨਾਂ ਮਿਹਨਤ ਕੀਤਿਆਂ ਮਜ਼ਦੂਰੀ ਨਹੀਂ ਮਿਲਣੀ ਆ। ਮਜ਼ਦੂਰੀ ਦਾ ਹੱਕਦਾਰ ਆ। ਉਹ ਛਾਂਗਣ ਦਾ ਪ੍ਰੋਸੈਸ ਆ ਜਿਹੜਾ, ਉਹਦੇ ਵਿੱਚ ਤੁਹਾਨੂੰ ਭੇਡ ਦੀ ਨਿਆਈ ਬਣਨੇ ਪੈਣਾ ਆ। ਬਾਈਬਲ ਕਹਿੰਦਾ ਜਦ ਤੂੰ ਪਰਮੇਸ਼ਵਰ ਦੇ ਸਾਹਮਣੇ ਜਾਵੇਂ ਤੇ ਤੇਰੇ ਸ਼ਬਦ ਘੱਟ ਹੋਣ। ਹਾਲੇਲੂਇਆ। ਅਸੀਂ ਹਰ ਸਮੇਂ ਪਰਮੇਸ਼ਵਰ ਦੇ ਸਾਹਮਣੇ ਆ। ਚਾਹੇ ਤੁਸੀਂ ਆਪਣੇ ਮਾਤਾ ਪਿਤਾ ਨਾਲ ਗੱਲ ਕਰ ਰਹੇ, ਚਾਹੇ ਤੁਸੀਂ ਆਪਣੇ ਯਾਰਾਂ ਦੋਸਤਾਂ ਨਾਲ ਗੱਲ ਕਰ ਰਹੇ, ਚਾਹੇ ਤੁਸੀਂ ਆਪਣੀ ਸਹੇਲੀਆਂ ਦੇ ਨਾਲ ਗੱਲ ਕਰ ਰਹੇ, ਜਿਹੜੀਆਂ ਖੱਟੀਆਂ ਮਿੱਠੀਆਂ ਗੱਲਾਂ ਜੋ ਵੀ ਤੁਸੀਂ ਕਰਦੇ ਆ,
ਤੁਸੀਂ ਪਰਮੇਸ਼ਵਰ ਦੇ ਸਾਹਮਣੇ ਆ, ਪਰਮੇਸ਼ਵਰ ਦੀ ਅੱਖ ਤੁਹਾਨੂੰ ਵੇਖ ਰਹੀ ਆ, ਔਰ ਤੁਹਾਨੂੰ ਇਹੀ ਨਹੀਂ ਪਤਾ ਕਿ ਜਦੋਂ ਮਖੌਲੀਆਂ ਦੀ ਝੁੰਡੀ ਆ ਉੱਥੇ ਤੁਸੀਂ ਆਪਣੇ ਆਪ ਨੂੰ ਬੰਨਣਾ ਕਿ ਖੋਲਣਾ ਆ। ਜਦੋਂ ਵਿਆਹ ਸ਼ਾਦੀ ਤੇ ਗਏ ਉੱਥੇ ਬੰਨਣਾ ਕਿ ਖੋਲਣਾ ਆ। ਚਰਚ ਦੇ ਵਿੱਚ ਹੈਗੇ ਆ, ਇੱਥੇ ਬੰਨਣਾ ਕਿ ਖੋਲਣਾ ਆ ਆਪਣੇ ਆਪ ਨੂੰ। ਤੁਸੀਂ ਉਲਟਾ ਕਰਦੇ ਪਏ। ਚਰਚ ਦੇ ਵਿੱਚ ਬੰਨ ਲੈਨੇ ਆਪਣੇ ਆਪ ਨੂੰ, ਆਪਣੇ ਮੂੰਹ ਨੂੰ ਬੰਦ ਕਰ ਲੈਨੇ ਆ, ਔਰ ਡੀਜਿਆਂ ਦੇ ਉੱਤੇ ਆਪਣੇ ਆਪ ਨੂੰ ਖੋਲਦੇ, ਆਪਣੇ ਮੂੰਹ ਨੂੰ ਖੋਲਦੇ ਆ, ਉਲਟਾ ਚੱਲਦੇ ਆ। ਇਸੇ ਲਈ ਸਿਚੁਏਸ਼ਨ ਦੇ ਅੱਗੇ ਤੁਸੀਂ ਹਾਰ ਜਾਂਦੇ ਆ। ਇਸੇ ਲਈ ਅਸੀਂ ਗਰੀਬ ਆ, ਦੁਖੀ ਆ, ਸ਼ਰਾਬੀਤ ਆ, ਪਰੇਸ਼ਾਨੀਆਂ ਦੇ ਨਾਲ ਘਿਰੇ ਹੋਏ ਆ। ਮੈਂ ਉਮੀਦ ਕਰਦਾ ਹਾਂ ਅੱਜ ਦਾ ਵਚਨ ਤੁਹਾਡੀ ਜ਼ਿੰਦਗੀ 'ਚ 100 ਦਾ 100 ਗੁਣਾ ਫਲਦਾਇਕ ਹੋਏਗਾ। ਬੋਲੋ ਆਮੀਨ, ਹਾਲੇਲੂਇਆ। ਕਹਿੰਦੇ ਪ੍ਰਭੂ ਉਸ ਪੇੜ ਦੀ ਮਾਨਿੰਦ ਬਣਾ ਜਿਹੜਾ ਨਦੀਆਂ ਦੇ ਕਿਨਾਰਿਆਂ ਦੇ ਉੱਤੇ ਲੱਗਾ ਹੋਇਆ। ਉਹ ਪੇੜ ਬਣ ਜਾਵਾਂ ਮੈਂ ਜਿਹੜਾ ਨਦੀ ਦੇ ਕਿਨਾਰਿਆਂ ਦੇ ਉੱਤੇ ਲੱਗਾ ਹੋਇਆ। ਪਰ ਉਸ ਤੋਂ ਪਹਿਲਾਂ ਕਹਿੰਦਾ ਮਖੌਲੀਆਂ ਦੀ ਝੁੰਡੀ 'ਚ ਨਾ ਬਹਿ। ਹਾਂ, ਅਸੀਂ ਮਖੌਲੇ ਦੀ ਝੁੰਡੀ 'ਚ ਵੀ ਬਹਿਣਾ, ਔਰ ਅਸੀਂ ਇਹ ਵੀ ਆਸ ਰੱਖਣੀ ਹੈ ਕਿ ਉਸ ਪੇੜ ਦੀ ਮਾਨਿੰਦ ਬਣਾ ਜਿਹੜਾ ਨਦੀਆਂ ਦੇ ਕਿਨਾਰਿਆਂ ਤੇ ਲੱਗਾ। ਜਿਸ ਕੰਮ ਨੂੰ ਹੱਥ ਪਾਊਗਾ ਸਫਲ ਹੋਊਗਾ, ਉਹਦੇ ਪੱਤੇ ਨਹੀਂ ਕੁਮਲਾਓਗੇ। ਹਾਂ, ਹਾਲੇਲੂਇਆ। ਅੱਜ ਦੇ ਮਾਂ-ਬਾਪ ਨੂੰ ਪੁੱਛੋ ਜੀ, ਤੁਹਾਡੇ ਬੱਚੇ ਕੀ ਤੁਸੀਂ ਬੱਚਿਆਂ ਨੂੰ ਬਣਾਉਣਾ ਚਾਹੁੰਦੇ? ਪਾਸਟਰ ਬਣਾਉਣਾ ਚਾਹੁੰਦੇ ਆ ਜੀ। ਉਹਨਾਂ ਦੀ ਪਰਵਰਿਸ਼ ਕਿੱਦਾਂ ਦੀ ਕਰ ਰਹੇ ਤੁਸੀਂ? ਉਹਨਾਂ ਨੂੰ ਕਿੰਨਾ ਕੁ ਡਾਂਟ ਰਹੇ ਆ, ਕਿੰਨਾ ਕੁ ਦੁਆ ਸਿਖਾ ਰਹੇ, ਦੁਆ ਕਰਨ ਲਈ ਕਿੰਨਾ ਕੁ ਮਜਬੂਰ ਕਰ ਰਹੇ ਆ, ਔਰ ਆਸ ਰੱਖੀ ਹੈ ਕਿ ਤੁਹਾਡੇ ਬੱਚੇ ਪਾਸਟਰ ਬਣਨ, ਵਰਸ਼ਿਪਰ ਬਣਨ, ਤੇ ਤੁਸੀਂ ਨੀਂਹ ਕਿੱਦਾਂ ਦੀ ਰੱਖ ਰਹੇ ਆ ਉਹਨਾਂ ਦੀ? ਉਹਨਾਂ ਨੂੰ ਸਿੱਖਿਆ ਕੀ ਪ੍ਰਦਾਨ ਕਰ ਰਹੇ ਆ? ਹਾਲੇਲੂਇਆ। ਅੱਜ ਅਸੀਂ ਸਵਰਗ ਜਾਣ ਦੀ ਆਸਥਾ ਰੱਖੀ ਆ, ਪਰ ਉਹਦੀ ਪ੍ਰੀਪਰੇਸ਼ਨ ਅਸੀਂ ਕੀ ਕਰ ਰਹੇ ਆ, ਤਿਆਰੀ ਕੀ ਕਰ ਰਹੇ ਆ? ਉਹ ਛਾਂਗਣ ਦੇ ਟਾਈਮ ਪੀਰੀਅਡ ਦੇ ਵਿੱਚੋਂ ਅਸੀਂ ਕਿੱਦਾਂ ਲੰਘ ਰਹੇ ਆ? ਉਹ ਕਹਿੰਦਾ ਤੁਸੀਂ ਮੇਰੇ ਚ ਰਹੋ ਤੇ ਮੇਰੀਆਂ ਗੱਲਾਂ ਤੁਹਾਡੇ ਚ ਰਹਿਣ, ਜੋ ਚਾਹੋ ਮੰਗੋ ਤੁਹਾਡੇ ਲਈ ਹੋ ਜਾਏਗਾ। ਮੈਂ ਯਿਸੂ ਮਸੀਹ ਦੇ ਨਾਮ ਚ ਸਵਰਗ ਨੂੰ ਮੰਗ ਲੈਂਦਾ ਆਪਣੇ ਲਈ। ਹਾਲੇਲੂਇਆ। ਪਰ ਉਸ ਸਿਚੁਏਸ਼ਨ ਦੇ ਵਿੱਚੋਂ ਵੀ ਮੈਨੂੰ ਲੰਘਣਾ ਪੈਣਾ ਜਿਸ ਸਿਚੁਏਸ਼ਨ ਚੋਂ ਖੁਦਾ ਮੈਨੂੰ ਕੱਢੇਗਾ ਜਾਂ ਰੱਖੇਗਾ। ਹਾਲੇਲੂਇਆ। ਮੈਨੂੰ ਪਤਾ ਪਿਛਲੇ ਸਮਿਆਂ ਦੇ ਵਿੱਚ ਅਸੀਂ ਛਾਂਗਣ ਵਾਲੇ ਪ੍ਰੋਸੈਸ ਦੇ ਵਿੱਚ ਸੀਗੀ, ਪੂਰੀ ਫੈਮਿਲੀ। ਉਦੋਂ ਛਾਂਗ ਲੱਗਦੀ ਪਈ ਸੀਗੀ ਸਾਨੂੰ, ਅਸੀਂ ਚੁੱਪ ਕੀਤੇ ਆ। ਉਸ ਛਾਂਗਣ ਵਾਲੇ ਸਿਸਟਮ ਦੇ ਵਿੱਚੋਂ, ਖੁਦਾਵੰਦ ਦੇ ਪ੍ਰੋਸੈਸ ਦੇ ਵਿੱਚੋਂ ਲੰਘੇ ਆ। ਅੱਜ ਬਰਕਤਾਂ ਪਿੱਛੇ ਪੈ ਕੇ ਮਿਲਦੀਆਂ ਪਈਆਂ। ਬੋਲੋ ਆਮੀਨ। ਤੁਸੀਂ ਇਸ ਗੱਲ ਨੂੰ ਸਮਝੋ, ਇਸ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰੋ ਕਿ ਜੇ ਅਸੀਂ ਕਹਿ ਰਹੇ ਕਿ ਰੱਜ ਕੇ ਬਲੈਸ ਆ, ਤੇ ਤੋ ਸਮਝਣ ਦੀ ਕੋਸ਼ਿਸ਼ ਕਰੋ ਕਿ ਕਿੰਨੇ ਕੁ ਬਲੈਸ ਹੋਵਾਂਗੇ। ਇਹ ਪ੍ਰਭੂ ਦੀ ਦੇਣ ਆ, ਇਹ ਪ੍ਰਭੂ ਦੀ ਕਿਰਪਾ ਆ, ਇਹ ਪ੍ਰਭੂ ਦਾ ਪਿਆਰ ਆ ਜਿਹੜਾ ਆਪਣੇ ਵਫਾਦਾਰ ਲੋਕਾਂ ਦੀ ਜ਼ਿੰਦਗੀਆਂ ਦੇ ਉੱਪਰ ਉਠੇਲਦਾ ਆ। ਹਾਲੇਲੂਇਆ। ਖੁਦਾਵੰਦ ਤੁਹਾਨੂੰ ਬਹੁਤ ਆਸ਼ੀਸ਼ ਔਰ ਬਰਕਤ ਦੇਵੇ। ਸਮਾਂ ਇਜਾਜ਼ਤ ਨਹੀਂ ਦਿੰਦਾ ਹੋਰ ਜ਼ਿਆਦਾ ਵਚਨ ਕਰਨ ਦਾ, ਕਿਉਂਕਿ ਵਚਨ ਅੱਗੇ ਬਹੁਤ ਆ, ਸੁਣਾਉਣ ਵਾਲਾ ਆ, ਸਿਖਾਉਣ ਵਾਲਾ ਆ। ਪਰ ਇਸ ਤੋਂ ਬਾਅਦ ਵੀ ਇੱਕ ਹੋਰ ਮੀਟਿੰਗ ਲੈਣੀ ਆ, ਜਾ ਕੇ ਇੱਥੋਂ ਫਿਨਿਸ਼ ਕਰਕੇ ਫਿਰ ਇੱਕ ਹੋਰ ਮੀਟਿੰਗ ਲੈਣੀ ਆ। ਇੱਕ ਤੋਂ ਪਹਿਲਾਂ ਕਰਕੇ ਆਏ ਆ, ਅੱਜ ਸ਼ਡਿਊਲ ਬਹੁਤ ਜ਼ਿਆਦਾ ਬਿਜ਼ੀ ਹੋ ਗਿਆ, ਪਰ ਪਰਮੇਸ਼ਵਰ ਬਲ ਦਿੰਦਾ ਇਹਨਾਂ ਸਾਰੀਆਂ ਮੀਟਿੰਗਸ ਨੂੰ ਕਰਨ ਦਾ। ਔਰ ਖੁਦਾਬੰਦ ਅੱਜ ਦੇ ਵਚਨ ਦੇ ਦੁਆਰਾ ਤੁਹਾਨੂੰ ਆਸ਼ੀਸ਼ ਔਰ ਬਰਕਤ ਦੇਵੇ। ਉਮੀਦ ਕਰਦੇ ਆ ਤੁਸੀਂ ਅੱਜ ਦੇ ਵਚਨ ਤੋਂ ਬਰਕਤ ਪਾਈ ਹੈ। ਆਈਏ ਆਪਣੀ ਅੱਖਾਂ ਨੂੰ ਬੰਦ ਕਰੀਏ, ਪ੍ਰਾਰਥਨਾ ਦੀ ਹਾਲਤ ਦੇ ਵਿੱਚ ਚੱਲਦੇ ਆ। ਸੱਚਾ ਜ਼ਿੰਦਾ ਮਿਹਰਬਾਨ ਖੁਦਾਵੰਦ ਪਿਤਾ ਪਰਮੇਸ਼ਵਰ, ਯਿਸੂ ਮਸੀਹ ਦੇ ਜ਼ਿੰਦਾ ਨਾਮ 'ਚ ਤੁਹਾਡਾ ਸ਼ੁਕਰ ਕਰਦੇ ਹਾਂ ਅੱਜ ਦੇ ਸਮੇਂ ਦੇ ਲਈ ਜੋ ਸਾਡੀ ਜ਼ਿੰਦਗੀ 'ਚ ਬਖਸ਼ਿਆ। ਸ਼ੁਕਰਗੁਜ਼ਾਰ ਹਾਂ ਮੇਰੇ ਪ੍ਰਭੂ ਜੀ। ਪ੍ਰਾਰਥਨਾ ਕਰਦੇ ਹਾਂ ਪ੍ਰਭੂ, ਅੱਜ ਆਨਲਾਈਨ ਵਿਊਵਰਸ ਨੇ ਜੋ ਅੱਜ ਆਸ਼ੀਸ਼ ਨੂੰ ਪ੍ਰਾਪਤ ਕੀਤਾ, ਵਚਨ ਨੂੰ ਸੁਣਿਆ, ਸਮਝਿਆ ਆ, ਔਰ ਖੁਦਾਵੰਦ ਤਸੱਲੀ ਵੀ ਮੰਗੀ ਆ, ਤਸੱਲੀ ਵੀ ਲਈ ਆ, ਜ਼ੋਰ ਵੀ ਲਿਆ ਆ। ਖੁਦਾਵੰਦ ਉਹ ਜਿਹੜਾ ਤੁਹਾਡਾ ਛਾਂਗਣ ਦਾ ਪ੍ਰੋਸੈਸ ਆ ਪ੍ਰਭੂ ਦੇ ਵਿੱਚੋਂ ਲੰਘਣ ਦੇ ਵਿੱਚ ਉਹਨਾਂ ਨੇ ਸਿੱਖਿਆ ਆ ਕਿ ਕਿੱਦਾਂ ਉਹਦੇ ਵਿੱਚੋਂ ਲੰਘਣਾ ਆ, ਔਰ ਕਿੱਦਾਂ ਫਿਰ ਅੱਗੇ ਬਰਕਤਾਂ ਦੇ ਭੰਡਾਰੇ ਉਹਨਾਂ ਦਾ ਇੰਤਜ਼ਾਰ ਕਰ ਰਹੇ ਆ। ਕਾਰ ਕਿੱਦਾਂ ਇੰਤਜ਼ਾਰ ਕਰ ਰਹੀ ਆ, ਘਰ ਕਿੱਦਾਂ ਇੰਤਜ਼ਾਰ ਕਰ ਰਿਹਾ, ਬੈਂਕ ਬੈਲੈਂਸ ਕਿੱਦਾਂ ਉਹਨਾਂ ਦਾ ਇੰਤਜ਼ਾਰ ਕਰ ਰਿਹਾ। ਬਸ ਉਹ ਛਾਂਗਣ ਵਾਲੇ ਪ੍ਰੋਸੈਸ ਦੇ ਵਿੱਚੋਂ ਅਸੀਂ ਆਰਾਮ ਦੇ ਨਾਲ ਲੰਘਣਾ ਆ, ਚੁੱਪ ਕੀਤਿਆਂ ਲੰਘਣਾ, ਪ੍ਰਾਰਥਨਾ ਕਰਦਿਆਂ ਲੰਘਣਾ, ਬਾਈਬਲ ਪੜ੍ਹਦਿਆਂ ਲੰਘਣਾ, ਸੰਗਤੀ ਕਰਦਿਆਂ ਲੰਘਣਾ ਆ। ਫਿਰ ਵੱਡੀਆਂ ਬਰਕਤਾਂ ਸਾਡਾ ਇੰਤਜ਼ਾਰ ਕਰ ਰਹੀਆਂ ਯਿਸੂ ਮਸੀਹ ਦੇ ਨਾਮ ਦੇ ਵਿੱਚ ਮੇਰੇ ਪ੍ਰਭੂ। ਮੈਂ ਇਹਨਾਂ ਬਰਕਤਾਂ ਦੇ ਨਾਲ, ਇਹਨਾਂ ਆਸ਼ੀਸ਼ਾਂ ਦੇ ਨਾਲ ਤੁਹਾਡੇ ਲੋਕਾਂ ਨੂੰ ਆਸ਼ੀਸ਼ਿਤ ਕਰਦਾ ਮੇਰੇ ਪ੍ਰਭੂ ਜੀ। ਜਦ ਤੁਹਾਡੇ ਲੋਕਾਂ ਨੇ ਬੜੀ ਅਦਬ ਦੇ ਨਾਲ ਅੱਜ ਦੇ ਕਲਾਮ ਨੂੰ ਸੁਣਿਆ, ਆਸ਼ੀਸ਼ ਔਰ ਬਰਕਤ ਨੂੰ ਪ੍ਰਾਪਤ ਕਰਨ, ਜ਼ਿੰਦਗੀਆਂ ਨਿਹਾਲ ਹੋਣ, ਵੱਡੀਆਂ ਬਰਕਤਾਂ ਮਿਲੇ। ਅੱਜ ਦੀ ਮੀਟਿੰਗ ਨੂੰ ਬਲੈਸਡ ਕਰਦੇ ਯਿਸੂ ਮਸੀਹ ਦੇ ਨਾਮ ਦੇ ਵਿੱਚ ਮੇਰੇ ਪ੍ਰਭੂ। ਜਦ ਵੀ ਤੁਹਾਡੇ ਲੋਕ ਸੁਣਨ, ਆਸ਼ੀਸ਼ ਔਰ ਬਰਕਤ ਨੂੰ ਪ੍ਰਾਪਤ ਕਰਨ, ਤੁਹਾਡਾ ਨਾਮ ਆਦਰ ਪਾਵੇ ਪ੍ਰਭੂ। ਤੁਹਾਡੀਆਂ ਗੱਲਾਂ ਤੁਸੀਂ ਆਖ ਦਿੱਤਾ ਹੈ, ਤੁਹਾਡੀਆਂ ਗੱਲਾਂ ਸਾਡੇ 'ਚ ਰਹਿਣ ਤੇ ਸਾਡੀਆਂ ਗੱਲਾਂ ਤੁਹਾਡੇ 'ਚ ਰਹਿਣ, ਤੇ ਇਨਸਾਨ ਧਰਤੀ ਦੇ ਉੱਪਰ ਰਹਿੰਦਿਆਂ ਜੋ ਕੁਝ ਮੰਗੇਗਾ ਸੋਈ ਉਹਦੇ ਲਈ ਹੋ ਜਾਵੇਗਾ। ਮੈਂ ਆਮੀਨ ਦੇ ਨਾਲ ਇਹਨਾਂ ਵਚਨਾਂ ਨੂੰ ਗ੍ਰਹਿਣ ਕਰਦਾ ਹਾਂ, ਤੁਹਾਡੇ ਲੋਕਾਂ ਦੀ ਜ਼ਿੰਦਗੀਆਂ ਦੇ ਵਿੱਚ ਬੀਜਦਾ 100 ਦਾ 100 ਗੁਣਾ ਫਲਦਾਇਕ ਹੋਵੇ। ਧੰਨਵਾਦ ਦੇ ਨਾਲ ਅੱਜ ਦੀ ਪ੍ਰਾਰਥਨਾ ਨੂੰ ਯਿਸੂ ਮਸੀਹ ਦੇ ਨਾਮ ਵਿੱਚ ਮੰਗਦੇ ਹਾਂ, ਆਮੀਨ। ਮੇ ਗॉड ਬਲੈਸ। ਖੁਦਾਵੰਦ ਤੁਹਾਨੂੰ ਬਹੁਤ ਆਸ਼ੀਸ਼ ਔਰ ਬਰਕਤ ਦੇਵੇ। ਸਮਾਂ ਇਜਾਜ਼ਤ ਨਹੀਂ ਦਿੰਦਾ ਹੈ, ਔਰ ਹੋਰ ਵੀ ਇੱਕ ਮੀਟਿੰਗ ਕਰਨੀ ਹੈ ਜਾ ਕੇ ਇਸ ਤੋਂ ਬਾਅਦ,
ਔਰ ਫਿਰ ਖੁਦਾਵੰਦ ਨੇ ਚਾਹਿਆ ਤਾਂ ਬਹੁਤ ਜਲਦ ਤੁਹਾਡੇ ਨਾਲ ਫਿਰ ਤੋਂ ਰੂਬਰੂ ਹੋਵਾਂਗੇ ਔਰ ਖੁਦਾਵੰਦ ਦੇ ਵਚਨ ਦੇ ਵਿੱਚੋਂ ਖੁਦਾਵੰਦ ਦੇ ਅਭਿਸ਼ੇਕ ਦੇ ਨਾਲ ਭਰ ਕੇ ਤੁਹਾਡੇ ਨਾਲ ਗੱਲਾਂ ਬਾਤਾਂ ਕਰਾਂਗੇ। ਔਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਇਹ 31st ਦੀ ਜਿਹੜੀ ਨਾਈਟ ਆ 31 ਰਾਤ ਪੂਰੀ ਰਾਤ ਸ਼ੁਕਰੀਆ ਚਰਚ ਦੇ ਵਿੱਚ ਫੁੱਲ ਨਾਈਟ ਪ੍ਰੇਅਰ ਆ, ਜਿਹਦੇ ਵਿੱਚ ਅਸੀਂ ਪੁਰਾਣੇ ਸਾਲ ਦੇ ਵਿੱਚ ਬੰਦਗੀ ਕਰਦੇ ਕਰਦੇ ਨਵੇਂ ਸਾਲ ਦੇ ਵਿੱਚ ਐਂਟਰ ਹੋਣਾ ਆ ਔਰ ਕਮੀਆਂ ਜਿਹੜੀਆਂ ਆ ਉਥੇ ਰਹਿ ਜਾਣੀਆਂ ਪੁਰਾਣੇ ਸਾਲ ਦੇ ਵਿੱਚ, ਔਰ ਨਵੇਂ ਸਾਲ ਦੇ ਵਿੱਚ ਨਾਲ ਨਹੀਂ ਲੈ ਕੇ ਜਾਣੀਆਂ, ਨਾਲ ਨਹੀਂ ਲੈ ਕੇ ਆਉਣੀਆਂ, ਕਿਉਂਕਿ ਨਵਾਂ ਬਣ ਜਾਣਾ ਆ। ਕਹਿੰਦਾ ਮਸੀਹ ਦੇ ਵਿੱਚ ਜੋ ਆ ਗਿਆ ਨਵੀਂ ਸ੍ਰਿਸ਼ਟੀ ਆ, ਅਸੀਂ ਨਵੇਂ ਬਣ ਜਾਣਾ ਆ। 2022 ਦੇ ਵਿੱਚ ਅਸੀਂ ਨਵੇਂ ਐਗਜ਼ੈਕਟਲੀ ਦੁੱਧ ਦੇ ਧੋਤੇ ਹੋਏ ਬਣ ਜਾਣਾ ਆ ਅਸੀਂ। ਬੋਲੋ ਆਮੀਨ, ਹਾਲੇਲੂਇਆ। ਕਮੀਆਂ ਨਾਲ ਨਹੀਂ ਆਣੇ ਚਾਹੀਦੀਆਂ, ਪਾਪ ਨਾਲ ਨਹੀਂ ਆਣਾ ਚਾਹੀਦਾ, ਬੁਰਾਈ ਨਾਲ ਨਹੀਂ ਆਣੀ ਚਾਹੀਦੀ। ਬਿਲਕੁਲ ਇੱਕ ਫਰੈਸ਼ ਮੰਨਾ ਦੀ ਤਰ੍ਹਾਂ ਖੁਦਾਵੰਦ ਦੇ ਸਾਹਮਣੇ ਅਸੀਂ ਜਾਣਾ ਆ ਔਰ ਲੋਕਾਂ ਦੇ ਲਈ ਅਸੀਂ ਖੁਰਾਕ ਬਣਨਾ ਹੈ। ਖੁਦਾਵੰਦ ਤੁਹਾਨੂੰ ਆਸ਼ੀਸ਼ ਔਰ ਬਰਕਤ ਦੇਵੇ। ਮੈਂ ਪਾਸਟਰ ਆਸਟਨ ਸੈਮੂਅਲ ਖੁਦਾਵੰਦ ਯਿਸੂ ਮਸੀਹ ਦੇ ਜ਼ਿੰਦਾ ਨਾਮ ਦੇ ਵਿੱਚ ਤੁਹਾਡੇ ਘਰਾਂ ਪਰਿਵਾਰਾਂ ਦੇ ਵਿੱਚ ਸ਼ਾਂਤੀ ਭੇਜਦਾ ਹਾਂ। ਆਮੀਨ ਦੇ ਨਾਲ ਗ੍ਰਹਿਣ ਕਰੋ। ਆਮੀਨ। ਗॉड ब्लेस।